ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਕਥਾ ਕਹੋ ਉਰਵਸ਼ੀ ਦਾ ਅਗਲਾ ਭਾਗ। ਮੈਂ ਇੱਥੇ ਹੀ ਪਹਾੜਾਂ 'ਚ ਘੁੰਮਦਾ ਫਿਰ ਰਿਹਾ ਸੀ। ਦੂਰੋਂ ਮੈਂ ਬਾਪੂ ਜੀ ਆਉਂਦੇ ਵੇਖੇ। ਬਾਪੂ ਜੀ ਇੱਥੇ ਕਿੱਥੇ ਫਿਰ ਰਹੇ ਸਨ? ਬਹੁਤ ਵਰ੍ਹੇ ਹੋ ਗਏ ਨੇ ਉਹਨਾਂ ਨੂੰ ਤਾਂ ਮਰਿਆਂ ਨੂੰ। ਪਰ ਸ਼ਾਇਦ ਮੈਂ ਫਿਰ ਭੁੱਲ ਗਿਆ ਕਿ ਦੇਹ ਦੇ ਮਰ ਜਾਣ ਨਾਲ ਬੰਦਾ ਮਰ ਨਹੀਂ ਜਾਂਦਾ। ਆਖਦੇ ਨੇ ਜਿੰਨੀ ਬੰਦੇ ਦੀ ਉਮਰ ਰੱਬ ਨੇ ਲਿਖੀ ਹੁੰਦੀ ਹੈ ਕਿ ਜੇ ਉਹ ਪੂਰੀ ਕੀਤੇ ਬਿਨਾਂ ਹੀ ਕੋਈ ਅਣਆਈ ਮੌਤ ਮਰ ਜਾਂਦਾ ਤਾਂ ਬਾਕੀ ਰਹਿੰਦੀ ਉਮਰ ਉਹਨੂੰ ਬਿਨਾਂ ਹੀ ਦੇਹ ਤੋਂ ਭੂਤ ਪ੍ਰੇਤ ਬਣ ਕੇ ਕੱਟਣੀ ਪੈਂਦੀ ਹੈ। ਬਾਪੂ ਜੀ ਵੀ ਤਾਂ ਅਣਆਈ ਮਰੇ ਸੀ, ਇਸੇ ਲਈ ਉਹ ਆਪਣੀ ਰਹਿੰਦੀ ਉਮਰ ਇਉਂ ਹੀ ਕੱਟ ਰਹੇ ਹੋਣੇ ਨੇ। ਅਤੇ ਬਾਪੂ ਜੀ ਦੂਰੋਂ ਆਉਂਦਿਆਂ ਦੇਖ ਮੈਂ ਆਪਣੇ ਆਪ ਨੂੰ ਬੋਹੜ ਦੇ ਪੱਤਿਆਂ ਵਿੱਚ ਛੁਪਾ ਲਿਆ। ਬਾਪੂ ਜੀ ਤੁਰਦੇ ਤੁਰਦੇ ਨੇੜੇ ਆ ਗਏ। ਬੜੇ ਥੱਕੇ ਹੋਏ ਅਤੇ ਉਦਾਸ ਲੱਗਦੇ ਸੀ। ਉਹਨਾਂ ਨੂੰ ਸ਼ਾਇਦ ਮੇਰੇ ਬਾਰੇ ਪਤਾ ਲੱਗ ਗਿਆ ਸੀ। ਬੋਹੜ ਦੇ ਹੇਠਾਂ ਆ ਕੇ ਰੁਕ ਗਏ। ਉੱਪਰ ਵੱਲ ਝਾਕ ਕੇ ਬੋਲੇ, ਦਵਿੰਦਰ, ਤੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਮੇਰੀਆਂ ਅੱਖਾਂ ਭਰ ਆਈਆਂ। 84 ਲੱਖ ਜੂਨਾਂ ਭੋਗ ਕੇ ਬੰਦੇ ਦੀ ਜੂਨ ਮਿਲਦੀ ਹੈ। ਇਹ ਦੇਹ ਸਿਰਜਣ ਲਈ ਕੁਦਰਤ ਨੂੰ ਲੱਖਾਂ ਵਰ੍ਹੇ ਮਿਹਨਤ ਕਰਨੀ ਪੈਂਦੀ ਹੈ। ਪੌਣ, ਪਾਣੀ, ਬਸੰਤਰ, ਧਰਤੀ ਤੇ ਆਕਾਸ਼ ਪਤਾ ਨਹੀਂ ਕਿੰਨੇ ਯੋਜਨ ਤੁਰ ਕੇ, ਕਿੰਨੇ ਨਛੱਤਰ ਘੁੰਮ ਕੇ, ਕਿੰਨੇ ਤੱਤਾਂ ਨੂੰ ਹੰਘਾਲ ਕੇ ਇੱਕ ਰੂਹ ਨੂੰ ਮਰਨ ਜੰਮਣ ਦੇ ਗੇੜ 'ਚੋਂ ਦੀ ਲੰਘਣ ਲਈ ਰਾਜ਼ੀ ਕਰਕੇ ਉਹਦੇ ਲਈ ਦੇਹ ਸਿਰਜਦੇ ਹਨ। ਅਤੇ ਤੂੰ ਇੱਕ ਸੋਚ ਵੀ ਹੋਣੇ ਪਲ 'ਚ ਸਭ ਕੁਝ ਫਨਾਹ ਕਰ ਦਿੱਤਾ। ਸਾਰੀਆਂ ਖਿਲਾਈ ਸ਼ਕਤੀਆਂ ਬੇਬਸ ਤੱਕਦੀਆਂ ਰਹਿ ਗਈਆਂ। ਮੈਂ ਵੀ ਇਸ ਰਾਹੋਂ ਲੰਘਿਆ, ਪਰ ਮੇਰੀ ਹੋਣੀ ਮੈਂ ਆਪ ਨਹੀਂ, ਕਿਸੇ ਸਰਾਪ ਨੇ ਸਿਰਜੀ ਸੀ। ਵਰ ਤੇ ਸਰਾਪ ਨਿਰੇ ਸ਼ਬਦ ਨਹੀਂ ਹੁੰਦੇ ਅਤੇ ਨਾ ਹੀ ਨਿਰੀ ਕਵੀਆਂ ਦੀ ਕਲਪਨਾ। ਇਹ ਬੋਹੜ ਜੀ ਦੇ ਪੱਤਿਆਂ ਵਿੱਚ ਤੂੰ ਆਪਣੇ ਜਾਣੇ ਛੁਪ ਕੇ ਬੈਠ ਗਿਆ। ਇਹ ਧਰਤੀ ਉੱਪਰ ਕਿਸੇ ਦੀ ਅਸੀਸ ਹੀ ਤਾਂ ਹੈ। ਅਤੇ ਇਸ ਵੇਲੇ ਕਿਸੇ ਸ਼ਹਿਰ ਉੱਪਰ ਬੰਬ ਸੁੱਟ ਰਿਹਾ ਜਹਾਜ਼ ਕਿਸੇ ਦਾ ਦਿੱਤਾ ਸਰਾਪ ਨਹੀਂ ਤਾਂ ਹੋਰ ਕੀ ਹੈ। ਅਸਲ 'ਚ ਅੱਜ ਕੱਲ੍ਹ ਲੋਕਾਂ ਨੂੰ ਲਫ਼ਜ਼ਾਂ ਦੇ ਮਹਿਨੇ ਸਮਝ ਆਉਣੋਂ ਹਟ ਗਏ ਨੇ। ਦਵਿੰਦਰ, ਤੇਰੇ ਬੀਜੀ ਬਹੁਤ ਦੂਰ ਲੰਘ ਗਏ ਨੇ। ਉਹ ਜਿਉਂਦੇ ਹੁੰਦੇ ਤਾਂ ਫੇਰ ਨਹੀਂ ਸੀ ਇਹ ਕੁਝ ਹੋਣਾ। ਜਿਵੇਂ ਕੂੰਜਾਂ ਧਿਆਨ ਨਾਲ ਹੀ ਦੂਰ ਪਹਾੜਾਂ 'ਚ ਆਪਣੇ ਅੰਡਿਆਂ ਦੀ ਰੱਖਿਆ ਕਰ ਲੈਂਦੀਆਂ ਨੇ, ਉਸੇ ਤਰ੍ਹਾਂ ਆਪਣੀ ਪਾਠ ਪੂਜਾ ਨਾਲ ਇੱਕ ਕਾਰ ਤੁਹਾਡੇ ਦੁਆਲੇ ਕੱਢੀ ਰੱਖਦੇ ਸਨ ਅਤੇ ਕੋਈ ਬਲਾ ਉਹਦੇ ਅੰਦਰ ਨਹੀਂ ਸੀ ਆ ਸਕਦੀ। ਇਸੇ ਲਈ ਤੁਸੀਂ ਸਭ ਸੁਰੱਖਿਅਤ ਸੀ। ਪਰ ਤੇਰੀ ਵਹੁਟੀ ਬੀਬੀ ਅਲਕਾ ਕਿਸੇ ਹੋਰ ਦਿਸ਼ਾ ਤੋਂ ਆਈ ਹੋਈ ਰੂਹ ਹੈ। ਜਿਸ ਦਿਸ਼ਾ ਤੋਂ ਉਹ ਆਈ ਹੈ ਉੱਥੇ ਸ਼ਾਇਦ ਨਾ ਕਦੇ ਦਿਨ ਚੜ੍ਹਦਾ ਨਾ ਕਦੇ ਰਾਤ ਪੈਂਦੀ ਹੈ। ਉਹਦੇ ਵਿਚਾਰੀ ਦੇ ਵੀ ਕੀ ਵੱਸ ਹੈ। ਉਹਨੇ ਖਬਰੇ ਅਜੇ ਕਿੰਨੇ ਕੁ ਯੋਜਨ ਹੋਰ ਤੁਰਨੇ ਨੇ ਤਾਂ ਕਿਤੇ ਜਾ ਕੇ ਤੇਰੇ ਨਾਲ ਰਲੂਗੀ। ਤੂੰ ਤਾਂ ਉਸ ਨਾਲ ਕਿੰਨੇ ਹੀ ਜਨਮ ਮੂਹਰੇ ਹੈ। ਤੂੰ ਕਿਉਂ ਮੇਰੇ ਕੋਲੋਂ ਘਬਰਾਉਣਾ ਹੈ? ਮੈਂ ਤੈਨੂੰ ਕੀ ਆਖਣਾ ਹੈ? ਮੈਨੂੰ ਤਾਂ ਦੁੱਖ ਹੈ ਕਿ ਤੂੰ ਇਸ ਜੂਨ 'ਚ ਕਿੰਨਾ ਔਖਾ ਹੋਏਗਾ। ਮਰ ਜਾਣਾ ਤਾਂ ਕੋਈ ਗੱਲ ਨਹੀਂ ਹੁੰਦੀ। ਇਉਂ ਬਾਪੂ ਜੀ ਗੱਲਾਂ ਕਰੀ ਜਾ ਰਹੇ ਸਨ ਅਤੇ ਫਿਰ ਉਹ ਜਿੱਧਰੋਂ ਆਏ ਸਨ ਉੱਧਰ ਨੂੰ ਪਰਤ ਗਏ। ਉਸ ਵੇਲੇ ਮੇਰਾ ਮਨ ਕੀਤਾ ਬੇਜੀ ਵੀ ਕਿੱਧਰੋਂ ਦਿਸ ਜਾਣ, ਪਰ ਉਹ ਤਾਂ ਅਣਿਆਈ ਨਹੀਂ ਸੀ ਮਰੇ। ਜੇ ਉਹ ਭਟਕਦੇ ਫਿਰਨਗੇ ਉਹ ਤਾਂ ਕਿਸੇ ਅਗਲੀ ਜੂਨ ਜਾਂ ਆਖੋ ਅਗਲੇ ਜਨਮ 'ਚ ਚਲੇ ਗਏ ਹੋਣਗੇ। ਉਹਨਾਂ ਨੇ ਆਪਣੇ ਤੱਤਾਂ ਨੂੰ ਗੰਧਲੇ ਨਹੀਂ ਸੀ ਹੋਣ ਦਿੱਤਾ। ਮਨ, ਬਚਨ, ਕਰਮ ਹਰ ਧਰਾਤਲ ਉੱਪਰ ਉਹ ਜਾਗਦੇ ਰਹੇ ਸਨ। ਉਹਨਾਂ ਨੂੰ ਪਤਾ ਸੀ ਰਾਈ ਦਾ ਲੇਖਾ ਦੇਣਾ ਪੈਂਦਾ ਹੈ। ਉਹ ਜਾਣਦੇ ਸਨ ਬੰਦੇ ਦੀ ਜੂਨ ਮਿਲਦੀ ਇਸ ਲਈ ਹੈ ਕਿ ਤੁਸੀਂ ਆਪਣੇ ਕਰਮਾਂ ਨਾਲ ਆਪਣੇ ਅਗਲੇ ਜਨਮ ਸਿਰਜ ਸਕੋ। ਉਹ ਤਾਂ ਬਹੁਤ ਦੂਰ ਲੰਘ ਗਏ ਹੋਣਗੇ। ਸ਼ਾਇਦ ਕਦੇ ਉਹ ਸਾਨੂੰ ਦੇਖਣ ਆਉਂਦੇ ਹੋਣ, ਪਰ ਇਹ ਵੀ ਹੋ ਸਕਦਾ ਹੈ ਉਹ ਦੁੱਖ ਸੁੱਖ ਤੋਂ ਵੀ ਪਾਰ ਲੰਘ ਗਏ ਹੋਣ। ਦੁੱਖ ਸੁੱਖ ਸਭ ਮੋਹ ਕਰਨ ਹੀ ਤਾਂ ਹੁੰਦੇ ਨੇ, ਅਤੇ ਮੋਹ ਆਖਦੇ ਹੈ ਕਿ ਅਗਿਆਨ ਕਰਕੇ ਹੁੰਦਾ ਹੈ। ਇਹ ਸਭ ਗੱਲਾਂ ਮੈਨੂੰ ਵੀ ਹੁਣ ਸਮਝ ਆਉਣ ਲੱਗੀਆਂ ਨੇ। ਅਜੇ ਵੀ ਇਹ ਗੱਲਾਂ ਸਮਝ ਤਾਂ ਆਉਂਦੀਆਂ, ਪਰ ਮੈਂ ਇਹਨਾਂ ਤੋਂ ਪਾਰ ਨਹੀਂ ਲੰਘ ਸਕਿਆ। ਅਜੇ ਵੀ ਬਾਰ ਮੈਂ ਅਲਕਾ ਨੂੰ ਦੇਖਣ ਜਾਂਦਾ। ਇੱਕ ਦਿਨ ਉਹਦੀ ਤਬੀਅਤ ਠੀਕ ਨਹੀਂ ਸੀ। ਉਹਨੂੰ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਹੋ ਗਿਆ ਸੀ। ਉਹ ਹਸਪਤਾਲ ਡਾਕਟਰ ਨੂੰ ਵਿਖਾਉਣ ਗਈ। ਡਾਕਟਰ ਸਭ ਨੂੰ ਵਾਰੀ ਵੇਖ ਰਿਹਾ ਸੀ। ਉਹਦੀ ਵਾਰੀ ਆਉਣ ਨੂੰ ਕਾਫੀ ਚਿਰ ਲੱਗ ਗਿਆ। ਮੈਂ ਜਦੋਂ ਨਾਲ ਹੁੰਦਾ ਸੀ ਤਾਂ ਡਾਕਟਰ ਬਾਕੀਆਂ ਨੂੰ ਛੱਡ ਕੇ ਪਹਿਲੇ ਉਹਨੂੰ ਅਟੈਂਡ ਕਰਦਾ ਸੀ। ਮੈਨੂੰ ਡਾਕਟਰ ਉੱਪਰ ਬੜਾ ਗੁੱਸਾ ਆ ਰਿਹਾ ਸੀ, ਪਰ ਮੈਂ ਕੀ ਕਰ ਸਕਦਾ ਸੀ। ਅਤੇ ਜਦੋਂ ਅਲਕਾ ਦੀ ਵਾਰੀ ਆਈ ਉਹਨੂੰ ਚੱਕਰ ਆ ਰਹੇ ਸੀ। ਡਾਕਟਰ ਉਹਨੂੰ ਅੰਦਰਲੇ ਕਮਰੇ 'ਚ ਲੈ ਗਿਆ। ਲਿਟਾ ਕੇ ਉਹਦੀ ਸਟੈਥੋਸਕੋਪ ਨਾਲ ਜਾਂਚ ਕਰਨ ਲੱਗਿਆ। ਮੈਂ ਦੇਖਿਆ ਉਹ ਜਾਣਬੁੱਝ ਕੇ ਬਾਰ ਸਟੈਥੋਸਕੋਪ ਉਹਦੀਆਂ ਛਾਤੀਆਂ ਅਤੇ ਗਰਦਨ 'ਤੇ ਰੱਖ ਰਿਹਾ ਸੀ। ਉਹਦੇ ਚਿਹਰੇ ਦਾ ਪ੍ਰਭਾਵ ਵੀ ਲੱਚਰ ਕਿਸਮ ਦਾ ਹੋ ਗਿਆ ਸੀ। ਉਹ ਸਵਾਲ ਵੀ ਬੇਮਤਲਬ ਕਿਸਮ ਦੇ ਪੁੱਛ ਰਿਹਾ ਸੀ। ਮੈਂ ਜਿਉਂਦਾ ਹੁੰਦਾ ਤਾਂ ਉਸ ਵੇਲੇ 2 ਮਾਰਦਾ ਸਾਲੇ ਦੇ ਥੱਪੜ, ਪਰ ਮੈਂ ਜਿਉਂਦਾ ਹੁੰਦਾ ਤਾਂ ਉਹਨੇ ਇਉਂ ਕਰਨਾ ਹੀ ਨਹੀਂ ਸੀ। ਅਲਕਾ ਨੂੰ ਕੁਝ ਪਤਾ ਹੀ ਨਹੀਂ ਲੱਗਿਆ। ਜਦੋਂ ਤੱਕ ਤੁਹਾਡੇ ਆਪਣੇ ਮਨ 'ਚ ਖੋਟ ਨਾ ਹੋਵੇ, ਛੇਤੀ ਕੀਤਿਆਂ ਦੂਜੇ ਦੀ ਖੋਟ ਵੱਲ ਧਿਆਨ ਹੀ ਨਹੀਂ ਜਾਂਦਾ।
ਹਸਪਤਾਲ ਤੋਂ ਬਾਹਰ ਆ ਕੇ ਉਹਨੇ ਨਲਕੇ ਤੋਂ ਉਂਜਲ ਨਾਲ ਹੀ ਪਾਣੀ ਪੀਤਾ। ਉਹਨੂੰ ਅਜੇ ਵੀ ਚੱਕਰ ਆ ਰਹੇ ਸਨ। ਗੋਲੀ ਲੈ ਕੇ ਉੱਥੇ ਭੁੰਜੇ ਹੀ ਬੈਠ ਗਈ। ਸ਼ਾਇਦ ਉਹ ਡਰ ਗਈ ਸੀ ਕਿ ਕਿਧਰੇ ਡਿੱਗੀ ਨਾ ਪਵੇ। ਮੈਨੂੰ ਉਸ ਉੱਪਰ ਬੜਾ ਤਰਸ ਆਇਆ। ਕਿੱਥੇ ਤਾਂ ਉਹ ਕਾਰ 'ਚ ਆਉਂਦੀ ਹੁੰਦੀ ਸੀ, ਕਿੱਥੇ ਉਹ ਭੁੰਜੇ ਬੈਠੀ ਸੀ ਵਿਚਾਰੀ ਅਲਕਾ। ਅੰਗਦ ਤੇ ਅਰਵਿੰਦ ਪਤਾ ਨਹੀਂ ਕਿੱਥੇ ਸਨ ਕਿ ਉਹਨਾਂ 'ਚੋਂ ਕੋਈ ਵੀ ਆਪਣੀ ਮਾਂ ਦੇ ਨਾਲ ਨਹੀਂ ਸੀ ਆਇਆ। ਉਸ ਘੜੀ ਜਦੋਂ ਮੈਂ ਮਰਨ ਦੀ ਸੋਚੀ ਸੀ, ਪਤਾ ਨਹੀਂ ਕਿਉਂ ਖਿਆਲ ਹੀ ਨਹੀਂ ਸੀ ਆਇਆ ਕਿ ਮੇਰੇ ਮਗਰੋਂ ਅਲਕਾ ਕੀ ਕਰੇਗੀ। ਉਦੋਂ ਤਾਂ ਇਹੀ ਲੱਗਦਾ ਸੀ ਕਿ ਅਲਕਾ ਨੂੰ ਮੇਰੀ ਉੱਕਾ ਹੀ ਲੋੜ ਨਹੀਂ। ਇਹ ਵੀ ਇੱਕ ਅਜੀਬ ਗੱਲ ਹੈ ਕਿ ਸਾਡਾ ਜਿਉਣਾ ਦੂਜਿਆਂ ਦੀਆਂ ਲੋੜਾਂ ਉੱਪਰ ਨਿਰਭਰ ਹੈ। ਮੈਂ ਆਪਣੇ ਆਪ ਲਈ ਕਿਉਂ ਨਹੀਂ ਸੀ ਜਿਉਂ ਸਕਦਾ? ਮੈਨੂੰ ਜਿਉਣ ਦੇ ਉਦੋਂ ਸ਼ਾਇਦ ਮੈਨੇ ਹੀ ਨਹੀਂ ਸੀ ਪਤਾ। ਅਸਲ 'ਚ ਅਸੀਂ ਸਾਰੀ ਉਮਰ ਸੁੱਤੇ ਸੁੱਤੇ ਹੀ ਜਿਉਂ ਹੀ ਜਾਂਦੇ ਹਾਂ। ਇਸੇ ਲਈ ਜਿਉਣ ਤੇ ਮਰਨ 'ਚ ਕੋਈ ਫਰਕ ਨਹੀਂ ਲੱਗਦਾ। ਜਦੋਂ ਜਿਉਣ ਤੇ ਮਰਨ 'ਚ ਕੋਈ ਫਰਕ ਨਹੀਂ ਦਿਸਦਾ ਤਾਂ ਸਾਨੂੰ ਮਰਨਾ ਔਖਾ ਕੀ ਲੱਗਣਾ ਹੋਇਆ। ਜੇ ਮਰਨਾ ਔਖਾ ਹੀ ਨਹੀਂ, ਫਿਰ ਤਾਂ ਮਰਨ ਲਈ ਇੱਕ ਅੱਧਾ ਹੀ ਬਹਾਨਾ ਕਾਫੀ ਹੁੰਦਾ ਹੈ। ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ੍ਹ ਕਿੰਨੇ ਲੋਕ ਕਿੱਡੀ ਆਸਾਨੀ ਨਾਲ ਆਪਣੇ ਆਪ ਹੀ ਮਰੀ ਜਾ ਰਹੇ ਨੇ। ਪਰ ਮੈਂ ਤੁਹਾਨੂੰ ਦੱਸਾਂ, ਇਉਂ ਮਰ ਜਾਣ ਨਾਲ ਨਾ ਜ਼ਿੰਦਗੀ ਮੁੱਕਦੀ ਹੈ ਤੇ ਨਾ ਹੀ ਜ਼ਿੰਦਗੀ ਦੀਆਂ ਮੁਸ਼ਕਿਲਾਂ। ਸਗੋਂ ਇਉਂ ਮਰਨ ਨਾਲ ਬੰਦਾ ਜ਼ਿੰਦਗੀ ਦੇ ਸਾਰੇ ਰਾਹ ਮੁਕਾ ਲੈਂਦਾ ਹੈ। ਜ਼ਿੰਦਗੀ ਨੂੰ ਇੱਕ ਤਰ੍ਹਾਂ ਨਾਲ ਪੁੱਠੀ ਲਟਕਾ ਦਿੰਦਾ ਹੈ। ਉਹਨੇ ਆਪਣੇ ਭੂਤ ਨੂੰ ਹਰ ਵੇਲੇ ਆਪਣੇ ਸਿਰ 'ਤੇ ਚੁੱਕੀ ਫਿਰਨਾ ਹੁੰਦਾ ਹੈ ਤੇ ਉਹਦਾ ਕੋਈ ਭਵਿੱਖ ਨਹੀਂ ਹੁੰਦਾ। ਦੇਹ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੁੰਦਾ। ਇਸੇ ਲਈ ਬੰਦੇ ਨੇ ਉਸੇ ਘੜੀ ਉਸੇ ਘਟਨਾ 'ਚ ਗੱਡੇ ਰਹਿਣਾ ਹੁੰਦਾ ਜਿਸ 'ਚ ਉਹਨੇ ਆਪਣੇ ਆਪ ਨੂੰ ਮਾਰ ਮੁਕਾਇਆ ਹੁੰਦਾ। ਉਹਦਾ ਸੂਖਮ ਸਰੀਰ ਉਹਨੂੰ ਉਹਦੀ ਬੇਬਸੀ ਵਿਖਾਉਂਦਾ ਰਹਿੰਦਾ ਹੈ। ਜਿਵੇਂ ਮੈਂ ਅਲਕਾ ਦੇ ਕੋਲ ਖੜਾ ਹੁੰਦਾ ਤੇ ਉਹ ਮੇਰੀ ਗੈਰ ਹਾਜ਼ਰੀ ਕਾਰਨ ਰੋ ਰਹੀ ਹੁੰਦੀ ਹੈ। ਕਦੇ ਨਾ ਕਦੇ ਤਾਂ ਮੈਂ ਉਹਨੂੰ ਯਾਦ ਆਉਂਦਾ ਹੀ ਹਾਂ। ਆਖਿਰਕਾਰ ਮੈਂ ਇੰਨੇ ਵਰ੍ਹੇ ਉਹਦੇ ਨਾਲ ਰਿਹਾ। ਮੈਂ ਉਹਦੇ ਬੱਚਿਆਂ ਦਾ ਪਿਓ ਆ। ਜਦੋਂ ਉਹਨੂੰ ਚੱਕਰ ਆਉਂਦੇ ਨੇ ਤੇ ਮੈਂ ਉਹਨੂੰ ਡਿੱਗਣੋਂ ਬਚਾਉਣਾ ਚਾਹੁੰਦਾ, ਪਰ ਕੀ ਕਰਾਂ? ਨਾ ਮੈਂ ਬਾਹਾਂ ਦਾ ਸਹਾਰਾ ਦੇ ਸਕਦਾ ਤੇ ਨਾ ਹੀ ਬੋਲਾਂ ਦਾ। ਇੱਕ ਰਾਤ ਉਹਨੂੰ ਬੜੀ ਤ੍ਰੇਹ ਲੱਗੀ ਸੀ ਤੇ ਉਹ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਮੈਂ ਘਬਰਾ ਕੇ ਦੌੜ ਕੇ ਨੌਕਰ ਨੂੰ ਜਗਾਉਣ ਗਿਆ। ਮੈਂ ਆਵਾਜ਼ਾਂ ਮਾਰੀਆਂ ਪਰ ਉਹਨੂੰ ਸੁਣੀਆਂ ਹੀ ਨਹੀਂ, ਕਿਉਂਕਿ ਮੇਰੇ ਕੋਲ ਕਿਹੜਾ ਹੁਣ ਆਵਾਜ਼ ਹੈ। ਇਸ ਸਥਿਤੀ ਨੂੰ ਤੁਸੀਂ ਸਮਝ ਨਹੀਂ ਸਕੋਗੇ। ਕੋਈ ਵੀ ਨਹੀਂ ਸਮਝ ਸਕਦਾ ਕਿ ਬਿਨਾਂ ਦੇਹ ਤੋਂ ਜਿਉਣਾ ਜਾਂ ਆਖ ਲਓ ਭੂਤ ਪ੍ਰੇਤ ਬਣ ਕੇ ਜਿਉਣਾ ਕਿੱਡਾ ਔਖਾ ਹੁੰਦਾ ਹੈ। ਅਜੇ ਤਾਂ ਸ਼ੁਕਰ ਹੈ ਅਲਕਾ ਨੂੰ ਮੇਰੀ ਇਸ ਕਿਸਮ ਦੀ ਹੋਂਦ ਬਾਰੇ ਪਤਾ ਨਹੀਂ ਤਾਂ ਉਹ ਕਿਸੇ ਸਿਆਣੇ ਨੂੰ ਸੱਦ ਕੇ ਘਰ ਨੂੰ ਕੀਲ ਦੇਣ ਵਾਸਤੇ ਵੀ ਆਖ ਸਕਦੀ ਹੈ। ਕੀਲ ਦਿੱਤੇ ਜਾਣ ਤੋਂ ਮਗਰੋਂ ਤੁਸੀਂ ਘਰ ਦੇ ਅੰਦਰ ਨਹੀਂ ਵੜ। ਇਉਂ ਵੀ ਹੋ ਸਕਦਾ ਹੈ ਕਿ ਮੇਰੀ ਇਸ ਕਿਸਮ ਦੀ ਹੋਂਦ ਬਾਰੇ ਪਤਾ ਲੱਗਣ 'ਤੇ ਵੀ ਅਲਕਾ ਇਉਂ ਨਾ ਕਰੇ, ਪਰ ਕੀ ਪਤਾ ਹੁੰਦਾ। ਨਾਲੇ ਲੋਕ ਵੀ ਤਾਂ ਡਰਾ ਦਿੰਦੇ ਨੇ ਕਿ ਮਰ ਗਏ ਕਿਸੇ ਦੇ ਮਿੱਤ ਨਹੀਂ ਹੁੰਦੇ। ਇਸੇ ਲਈ ਲੋਕ ਉਹਨਾਂ ਤੋਂ ਦੂਰ ਭੱਜਦੇ ਨੇ। ਪਰ ਨਹੀਂ, ਮੈਂ ਕਦੇ ਵੀ ਅਲਕਾ ਦਾ ਬੁਰਾ ਨਹੀਂ ਚਾਹ ਸਕਦਾ, ਮਰ ਕੇ ਵੀ ਨਹੀਂ। ਪਰ ਹੇ ਪਰਮਾਤਮਾ, ਇਹ ਸਭ ਕੀ ਹੋ ਗਿਆ? ਕੁਲਦੀਪ ਭੈਣ ਜੀ ਗੱਲ ਤਾਂ ਕਰਦੇ ਸੀ ਕਿਸੇ ਨਾਲ ਮੇਰੀ ਗੱਤ ਕਰਾਉਣ ਬਾਰੇ, ਪਰ ਭੈਣਾਂ ਦੇ ਹੱਥੋਂ ਨਹੀਂ ਨਾ ਹੁੰਦੀ ਗੱਤ। ਮੇਰੀ ਗੱਤ ਮੇਰਾ ਪੁੱਤਰ ਹੀ ਕਰਵਾ ਸਕਦਾ ਹੈ। ਹੋ ਸਕਦਾ ਹੈ ਅਲਕਾ ਹੀ ਹਰਿਦੁਆਰ ਗਿਆ ਜੀ ਪਹੋਏ ਜਾਵੇ ਤੇ ਮੇਰੀ ਗੱਤ ਕਰਵਾ ਆਏ। ਪੁੱਤਰ ਨਾ ਸੀ ਉਹ, ਮੇਰੇ ਪੁੱਤਰਾਂ ਦੀ ਤਾਂ ਮਾਂ ਹੈ ਤੇ ਹੋ ਸਕਦਾ ਉਹਦੇ ਮਗਰੋਂ ਮੇਰੀ ਰੂਹ ਨੂੰ ਸ਼ਾਂਤੀ ਪ੍ਰਾਪਤ ਹੋ ਜਾਏ। ਪਰ ਗੱਤ ਹੋ ਜਾਣ ਦਾ ਕਿਤੇ ਮਤਲਬ ਤਾਂ ਨਹੀਂ ਕਿ ਮੇਰੀ ਇਹ ਸੂਖਮ ਕਾਇਆ ਵੀ ਖਤਮ ਹੋ ਜਾਏਗੀ। ਕੀ ਇਉਂ ਮੇਰੇ ਪੰਜੇ ਤੱਤ ਮੁੜ ਆਪਣੇ ਆਦਿ ਤੱਤਾਂ 'ਚ ਰਲ ਜਾਣਗੇ? ਕਿ ਫਿਰ ਮੈਂ ਇੱਥੇ ਆ ਹੀ ਨਹੀਂ ਸਕਾਂਗਾ, ਅਲਕਾ ਨੂੰ ਦੂਰੋਂ ਦੇਖ ਵੀ ਨਹੀਂ ਸਕਾਂਗਾ? ਪਰ ਨਹੀਂ, ਮੈਂ ਸਭ ਨਹੀਂ ਚਾਹੁੰਦਾ। ਮੈਨੂੰ ਅਜੇ ਵੀ ਅਲਕਾ ਨਾਲ, ਆਪਣੇ ਬੱਚਿਆਂ ਨਾਲ ਬੜਾ ਮੋਹ ਹੈ। ਭੈਣ ਜੀ ਨੂੰ ਆਖੋ ਪਰੇਸ਼ਾਨ ਨਾ ਹੋਣ, ਹੁਣ ਮੈਂ ਉਹਨਾਂ ਨੂੰ ਦੇਖ ਤਾਂ ਲੈਂਦਾ। ਇਹ ਸਾਹਮਣੇ ਦਰਖਤ ਦੇ ਹੇਠਾਂ ਉਦਾਸ ਜਿਹੀ ਲੜਕੀ ਜੋ ਖੜੀ ਹੈ, ਇਹੀ ਤਾਂ ਮੇਰੀ ਕੁਲਦੀਪ ਭੈਣ ਜੀ ਨੇ। ਪਰਮਾਤਮਾ ਗਵਾਹ ਹੈ, ਮੈਂ ਕਦੀ ਇਹਨਾਂ ਨੂੰ ਦੁੱਖ ਨਹੀਂ ਸੀ ਦੇਣਾ ਚਾਹਿਆ, ਪਰ ਆਪਣੀ ਮੌਤ ਦੇ ਨਾਲ ਸਭ ਤੋਂ ਵੱਧ ਦੁੱਖ ਮੈਂ ਇਹਨਾਂ ਨੂੰ ਹੀ ਦਿੱਤਾ ਹੈ। ਇਸੇ ਲਈ ਤਾਂ ਇੱਕ ਏਡੇ ਉਦਾਸ ਨੇ, ਏਡੇ ਕਮਜ਼ੋਰ ਹੋ ਗਏ ਨੇ। ਬੜੀ ਤਕੜੀ ਸੀ ਮੇਰੀ ਇਹ ਭੈਣ। ਬਾਪੂ ਜੀ ਮਰੇ ਸੀ ਤੇ ਮੈਨੂੰ ਛਾਂ ਕਰਨ ਲਈ ਆਪ ਧੁੱਪੇ ਖੜੋ ਗਈ ਸੀ। ਲੋਕ ਮੈਨੂੰ ਮੇਰੇ ਖਾਨਦਾਨ ਦਾ ਤੇ ਮੇਰੇ ਘਰ ਦਾ ਦੀਵਾ ਆਖਦੇ ਹੁੰਦੇ ਸੀ ਤੇ ਮੇਰੀ ਇਸ ਭੈਣ ਨੇ ਇਸ ਦੀਵੇ ਦੇ ਦੁਆਲੇ ਆਪਣੇ ਹੱਥ ਪਸਾਰ ਕੇ ਜਿਵੇਂ ਉਹਨੂੰ ਬੁਝਣ ਤੋਂ ਬਚਾਉਣ ਦਾ ਪੱਕਾ ਫੈਸਲਾ ਕਰ ਲਿਆ ਸੀ। ਹੁਣ ਉਹ ਮੇਰੀ ਮਾਂ ਵੀ ਸੀ, ਮੇਰੀ ਭੈਣ ਵੀ ਸੀ, ਮੇਰਾ ਭਰਾ ਵੀ ਸੀ। ਇੱਕੋ ਥਾਂ ਖਲੋਤੀ ਉਹ ਜਿਵੇਂ ਬਿਰਖਾਂ 'ਚ ਬਿਰਖ ਹੋ ਗਈ ਸੀ। ਉਹਦੀ ਰੁੱਖਾਂ ਦੀ ਜਿਰਾਂਦ ਨੇ ਸਾਨੂੰ ਛੋਟੇ ਭੈਣ ਭਰਾਵਾਂ ਨੂੰ ਟੋਏ ਟਿੱਬਿਆਂ ਦਾ ਕਦੇ ਅਹਿਸਾਸ ਹੀ ਨਹੀਂ ਸੀ ਹੋਣ ਦਿੱਤਾ। ਕੁਲਦੀਪ ਭੈਣ ਦੇ ਸਹਿਜ ਮਨ ਨੇ ਪਤਾ ਨਹੀਂ ਕਦੋਂ ਤੇ ਕਿਵੇਂ ਫੈਸਲਾ ਕੀਤਾ ਕਿ ਉਹ ਮੈਂ ਨਹੀਂ ਸੀ ਰਹਿ ਗਈ, ਸਗੋਂ ਅਸੀਂ ਬਣ ਗਈ ਸੀ। ਹੁਣ ਉਹਦਾ ਮੇਰਾ ਕੁਝ ਨਹੀਂ ਸੀ, ਸਭ ਸਾਡਾ ਹੋ ਗਿਆ ਸੀ। ਉਹ ਹੁਣ ਆਪਣੇ ਰਾਹੀਂ ਨਹੀਂ, ਸਾਡੇ ਰਾਹੀਂ ਜਿਉਂਦੀ ਸੀ। ਇਸੇ ਲਈ ਸਾਡੇ ਵਿੱਚੋਂ ਦੂਰ ਬੈਠਾ ਵੀ ਕੋਈ ਬਿਮਾਰ ਜਾਂ ਬੇਆਰਾਮ ਹੁੰਦਾ ਤਾਂ ਬਿਨਾਂ ਦੱਸਿਆਂ ਹੀ ਖਬਰ ਉਹਦੇ ਤੱਕ ਪਹੁੰਚ ਜਾਂਦੀ ਸੀ। ਉਹ ਆਪਣੀ ਇੱਛਾ ਦੇ ਬਲ ਨਾਲ ਆਪਣੇ
ਧਿਆਨ ਦੇ ਜ਼ੋਰ, ਆਪਣੀਆਂ ਪ੍ਰਾਰਥਨਾਵਾਂ ਦੇ ਸਦਕਾ ਹਰ ਔਖੀ ਘੜੀ ਹੱਥ ਜਾ ਫੜਦੀ। ਮੈਂ ਉਹਦੀ ਇਸ ਸਮਰੱਥਾ ਤੋਂ ਹੈਰਾਨ ਹੁੰਦਾ, ਪਰ ਅਲਕਾ ਨੂੰ ਇਹ ਬੇਲੋੜਾ ਦਖਲ ਲੱਗਦਾ। ਉਹ ਮੇਰੀ ਭੈਣ, ਮੇਰੀ ਅੰਮਾ ਜਾਈ, ਮੇਰੇ ਦੁੱਖ ਸੁੱਖ ਦੀ ਸੀਰਨ, ਮੈਨੂੰ ਆਪਣੀ ਪਨਾਹ ਲੱਗਦੀ। ਉਸੇ ਤਰ੍ਹਾਂ ਜਿਵੇਂ ਬਾਹਰੋਂ ਡਰ ਕੇ ਘਬਰਾ ਕੇ ਬੱਚਾ ਭੱਜ ਕੇ ਮਾਂ ਦੀ ਗੋਦ 'ਚ ਆ ਛੁਪਦਾ ਹੈ। ਪਰ ਅਲਕਾ ਉਹਨੂੰ ਇੱਕ ਔਰਤ ਹੀ ਦੇਖਦੀ ਸੀ। ਪਰ ਮੈਂ ਆਖਦਾ, ਭੈਣ ਔਰਤ ਨਹੀਂ ਹੁੰਦੀ, ਨਾ ਹੀ ਮਾਂ ਔਰਤ ਹੁੰਦੀ ਹੈ। ਭੈਣ ਸਿਰਫ ਭੈਣ ਹੁੰਦੀ ਹੈ, ਮਾਂ ਸਿਰਫ ਮਾਂ। ਮੈਨੂੰ ਯਾਦ ਆਉਂਦਾ ਹੈ ਕਿ ਮੈਂ ਬਹੁਤ ਛੋਟਾ ਸੀ ਜਦੋਂ ਭੈਣ ਦੇ ਨਾਲ ਬਾਜ਼ਾਰ ਗਿਆ ਸੀ ਅਤੇ ਉੱਥੇ ਇੱਕ ਬੜਾ ਸੋਹਣਾ ਰੁਮਾਲ ਚੁੱਕ ਲਿਆਇਆ ਸੀ। ਘਰ ਆ ਕੇ ਉਹਨੂੰ ਪਤਾ ਲੱਗਾ ਤਾਂ ਨਾਲੇ ਤਾਂ ਉਹਨੇ ਮੇਰੇ 2 ਕਰਾਰੀਆਂ ਚਪੇੜਾਂ ਲਾਈਆਂ ਅਤੇ ਨਾਲੇ ਨਾਲ ਜਾ ਕੇ ਦੁਕਾਨਦਾਰ ਨੂੰ ਉਹ ਰੁਮਾਲ ਵਾਪਸ ਕਰਕੇ ਆਈ। ਦੱਸਿਆ ਵੀ ਕਿ ਲੜਕਾ ਚੋਰੀ ਕਰਕੇ ਲੈ ਗਿਆ ਸੀ। ਮੈਨੂੰ ਬੜੀ ਸ਼ਰਮ ਆਈ। ਮੈਂ ਤਾਂ ਸੋਚਿਆ ਸੀ ਇੱਥੇ ਕਿਹੜਾ ਕੋਈ ਦੇਖਦਾ, ਪਰ ਭੈਣ ਆਖਦੀ ਸੀ ਜਿੱਥੇ ਕੋਈ ਨਹੀਂ ਸੀ ਦੇਖਦਾ ਉੱਥੇ ਤੂੰ ਤਾਂ ਦੇਖਦਾ ਸੀ। ਭੈਣ ਦੀ ਇਸੇ ਗੱਲ ਤੋਂ ਵੱਡੇ ਹੋ ਕੇ ਮੈਨੂੰ ਸਮਝ ਲੱਗੀ ਸੀ ਕਿ ਕੋਈ ਵੀ ਗੁਨਾਹ ਰੱਬ ਦੀ ਐਡੀ ਤੋਹੀਨ ਨਹੀਂ ਹੁੰਦਾ ਜਿੰਨੀ ਤੁਹਾਡੀ ਆਪਣੀ ਇਨਸਲਟ। ਮੇਰੀ ਇਹ ਭੈਣ ਪਤਾ ਨਹੀਂ ਕਿਵੇਂ ਇੰਨਾ ਕੁਝ ਜਾਣਦੀ ਸੀ। ਸ਼ਾਇਦ ਇਸ ਲਈ ਕਿ ਉਹ ਆਪਣੇ ਪੁਰਾਣੇ ਗ੍ਰੰਥ ਬਹੁਤ ਪੜ੍ਹਦੀ ਰਹਿੰਦੀ ਸੀ, ਜਾਂ ਉਹ ਸੋਚਦੀ ਬਹੁਤ ਸੀ, ਜਾਂ ਫਿਰ ਉਹਨੂੰ ਸਮਝ ਹੀ ਇੰਨੀ ਸੀ ਕਿ ਉਹ ਬੜੇ ਸਹਿਜ ਮਨ ਜਿਉਂਦੀ ਸੀ। ਉਹਦਾ ਮਨ ਭਟਕਦਾ ਨਹੀਂ ਸੀ। ਦਿੱਲੀ ਤੋਂ ਇੱਕ ਵਾਰੀ ਉਹਨੂੰ ਕਾਫੀ ਵੱਡੀ ਨੌਕਰੀ ਦੀ ਆਫਰ ਹੋਈ। ਲੱਗਦਾ ਸੀ ਭੈਣ ਚਲੀ ਜਾਏਗੀ, ਪਰ ਉਹ ਨਹੀਂ ਗਈ। ਮੈਂ ਪੁੱਛਿਆ ਤਾਂ ਉਹਨੇ ਬਸ ਇੰਨਾ ਹੀ ਆਖਿਆ, ਆਪਾਂ ਨੂੰ ਦਿੱਲੀ ਸ਼ਹਿਰ ਸੂਟ ਨਹੀਂ ਕਰਨਾ। ਇਹਦਾ ਮਤਲਬ ਸੀ ਫੈਸਲਾ ਕਰਨ ਵੇਲੇ ਉਹ ਸਿਰਫ ਆਪਣੇ ਬਾਰੇ ਨਹੀਂ ਸੀ ਸੋਚ ਰਹੀ। ਕੁਲਦੀਪ ਭੈਣ ਤਾਂ ਚਾਹੁੰਦੀ ਸੀ ਮੈਂ ਫੌਜ ਦੀ ਨੌਕਰੀ ਨਾ ਕਰਾਂ, ਹੋਰ ਪੜ੍ਹਾਂ, ਵਿਲਾਇਤ ਵੀ ਪੜ੍ਹਨ ਜਾਵਾਂ। ਪਰ ਮੈਨੂੰ ਲੱਗਦਾ ਸੀ ਬਾਪੂ ਜੀ ਤੋਂ ਮਗਰੋਂ ਜੋ ਡਰ ਡਰ ਕੇ ਵਕਤ ਲੰਘਾਇਆ, ਹੁਣ ਉਹਦੀ ਲੋੜ ਨਹੀਂ ਸੀ। ਫੌਜੀ ਅਫਸਰ ਕੋਲ ਹਥਿਆਰ ਹੁੰਦੇ ਨੇ, ਅਰਦ ਲਈ ਬੈਟਮੈਨ ਹੁੰਦੇ ਨੇ, ਜੀਪਾਂ ਹੁੰਦੀਆਂ ਨੇ। ਕਿਸੇ ਦੀ ਮਜਾਲ ਨਹੀਂ ਉਹਦੇ ਜਾਂ ਉਹਦੇ ਪਰਿਵਾਰ ਵੱਲ ਅੱਖ ਚੁੱਕ ਕੇ ਵੀ ਵੇਖ ਸਕੇ। ਅਤੇ ਮੈਂ ਜਦੋਂ ਫੌਜ 'ਚ ਭਰਤੀ ਹੋ ਗਿਆ ਅਤੇ ਅਫਸਰ ਬਣ ਗਿਆ, ਬੇਜੀ ਵਾਂਗ ਭੈਣ ਵੀ ਦੇਵੀ ਦੇਵਤੇ ਧਿਆਉਂਦੀ ਰਹਿੰਦੀ ਕਿ ਰੱਬ ਮੇਰੇ ਸੰਗ ਸਹਾਈ ਹੋਵੇ। ਪਾਕਿਸਤਾਨ ਦੀ ਇੱਕ ਜੰਗ 'ਚ ਮੈਨੂੰ ਜਦੋਂ ਜਾਣਾ ਪਿਆ, 15 ਦਿਨਾਂ 'ਚ ਭੈਣ ਦਾ 8 ਕਿਲੋ ਵਜ਼ਨ ਘਟ ਗਿਆ ਸੀ। ਅਤੇ ਉਹ ਕਿਹੜਾ ਦੇਵੀ ਦੇਵਤਾ ਸੀ ਜਿਹਦੀ ਉਹਨੇ ਸੁੱਖ ਨਹੀਂ ਸੀ ਸੁੱਖੀ। ਪਰ ਮੈਂ ਆਮ ਫੌਜੀਆਂ ਵਾਂਗ ਆਖਦਾ ਹੁੰਦਾ ਸੀ, ਜਿਸ ਗੋਲੀ ਉੱਪਰ ਮੇਰਾ ਨਾਂ ਲਿਖਿਆ ਹੋਊ ਉਹੀ ਮੇਰੇ ਵੱਜਣੀ ਹੈ। ਮੈਂ ਭਾਵੇਂ ਵਰਦੀਆਂ ਗੋਲੀਆਂ 'ਚ ਤੁਰਿਆ ਫਿਰਦਾ ਰਹਾਂ, ਕੁਛ ਨਹੀਂ ਹੋਣ ਲੱਗਿਆ। ਬੇਜੀ ਨੂੰ ਤਾਂ ਰੱਬ ਦਾ ਬਹੁਤ ਸਹਾਰਾ ਸੀ। ਉਹ ਤਾਂ ਹਰ ਔਖੀ ਘੜੀ ਪਾਠ ਕਰਨ ਬੈਠ ਜਾਂਦੇ ਸੀ। ਫਿਰ ਤਾਂ ਭੈਣ ਹੀ ਸੀ ਜੋ ਉਂਝ ਤਾਂ ਬਹੁਤ ਤਕੜੀ ਸੀ, ਪਰ ਜਿੱਥੋਂ ਤੱਕ ਮੇਰਾ ਸਬੰਧ ਸੀ ਨਿੱਕੀ ਜਿਹੀ ਗੱਲ ਤੋਂ ਵੀ ਘਬਰਾ ਜਾਂਦੀ ਸੀ। ਮੇਰੀ ਇਹ ਭੈਣ ਮੇਰੇ ਲਈ ਅਜਿਹੀ ਲੜਕੀ ਚਾਹੁੰਦੀ ਸੀ ਜਿਹੜੀ ਨਿਰੀ ਆਮ ਨਾ ਹੋਵੇ, ਜਿਹੜੀ ਭਾਵੇਂ ਕਿਸੇ ਵੀ ਘਰੋਂ ਹੋਵੇ ਪਰ ਆਪ ਕੀਮਤੀ ਹੋਵੇ। ਅਲਕਾ ਉਹਨਾਂ ਨੂੰ ਅਜਿਹੀ ਲੱਗੀ ਸੀ। ਇਸੇ ਕਰਕੇ ਉਹ ਇਹੀ ਸੋਚਦੀ ਰਹੀ ਕਿ ਅਲਕਾ ਨੂੰ ਖੁਸ਼ ਰੱਖਾਂਗੀ ਤਾਂ ਇਹ ਦਵਿੰਦਰ ਨੂੰ ਖੁਸ਼ ਰੱਖੇਗੀ। ਪਰ ਅਲਕਾ ਕਦੇ ਵੀ ਦੂਸਰੀ ਦੀ ਥਾਂ 'ਤੇ ਖੜੋ ਕੇ ਨਹੀਂ ਸੋਚ ਸਕਦੀ। ਨਹੀਂ ਤਾਂ ਉਹ ਜਾਣ ਲੈਂਦੀ ਕਿ ਮੇਰੀ ਇਸ ਭੈਣ ਨੇ ਸਾਡੇ ਕੋਲੋਂ ਤਾਂ ਕਿ ਸ਼ਾਇਦ ਰੱਬ ਕੋਲੋਂ ਵੀ ਕਦੇ ਕੁਝ ਨਹੀਂ ਸੀ ਮੰਗਿਆ। ਉਹਨੂੰ ਕੁਝ ਨਹੀਂ ਸੀ ਚਾਹੀਦਾ। ਭੈਣ ਕਿਸੇ ਨਾਲ ਕਦੇ ਆਪਣੀ ਗੱਲ ਨਹੀਂ ਕਰਦੀ, ਆਪਣੀ ਕੋਈ ਪਰੇਸ਼ਾਨੀ ਨਹੀਂ ਦੱਸਦੀ, ਆਪਣੀ ਕੋਈ ਔਖ ਨਹੀਂ ਚਿਤਾਰਦੀ। ਬਸ ਤੁਹਾਡੇ ਨਾਲ ਤੁਹਾਡੀਆਂ ਹੀ ਗੱਲਾਂ ਕਰੇਗੀ, ਤੁਹਾਡੇ ਹੀ ਫਿਕਰਾਂ ਦੇ ਹੱਲ ਲੱਭਦੀ ਰਹੇਗੀ। ਕਿੰਨੇ ਕੁ ਲੋਕ ਨੇ ਜਿਹੜੇ ਉਹ ਆਪਣੇ ਆਪ ਤੋਂ ਪਾਰ ਲੰਘ ਕੇ ਜਿਉਂ ਸਕਦੇ ਨੇ। ਹੁਣ ਕਿੰਨੀ ਉਦਾਸ ਦਿਸਦੀ ਹੈ ਵਿਚਾਰੀ ਮੇਰੀ ਕੁਲਦੀਪ ਭੈਣ ਜੀ। ਤੁਹਾਨੂੰ ਪਤਾ ਉਹ ਵਕਤ ਦੇ ਵਿੱਚ ਹੀ ਦੇਖ ਸਕਦੀ ਹੈ। ਤਦ ਹੀ ਤਾਂ ਜਦੋਂ ਵੀ ਇਕੱਲੀ ਹੁੰਦੀ ਹੈ ਬਹੁਤ ਪਿਛਾਂਹ ਨੂੰ ਤੁਰ ਪੈਂਦੀ ਹੈ। ਕਦੇ ਮੈਨੂੰ ਸਕੂਲ ਲਈ ਤਿਆਰ ਕਰਦੀ, ਕਦੇ ਹੋਮਵਰਕ ਕਰਵਾਉਂਦੀ, ਕਦੇ ਰਾਤ ਨੂੰ ਮੈਨੂੰ ਨਿੱਕੇ ਜਿਹੇ ਨੂੰ ਕੋਲ ਪਾਈ ਕਹਾਣੀਆਂ ਸੁਣਾਉਂਦੀ। ਅਤੇ ਉਹ ਜਦੋਂ ਮੈਨੂੰ ਦੇਖਦੀ ਹੈ ਅਤੇ ਨਾਲ ਹੀ ਯਾਦ ਆਉਂਦਾ ਹੈ ਕਿ ਹੁਣ ਮੈਂ ਕਿਧਰੇ ਨਹੀਂ, ਹੁਣ ਮੈਂ ਕਦੇ ਨਹੀਂ ਆਉਣਾ, ਤਾਂ ਉਹਦਾ ਦਿਲ ਡੁੱਬਣ ਲੱਗ ਜਾਂਦਾ ਹੈ। ਉਹ ਰੋ ਪੈਂਦੀ ਹੈ। ਉਹ ਮੈਨੂੰ ਚਿਤਵ ਕੇ ਗੱਲਾਂ ਕਰਨ ਲੱਗ ਜਾਂਦੀ ਹੈ, ਵੀਰੇ ਕਦੇ ਇਉਂ ਵੀ ਕਰੀਦਾ। ਅਤੇ ਮੈਨੂੰ ਉਸ ਘੜੀ ਬੜਾ ਹੀ ਅਫਸੋਸ ਲੱਗਦਾ ਹੈ। ਇਸ ਆਪਣੀ ਭੈਣ ਨੂੰ ਤਾਂ ਮੈਂ ਕਦੇ ਦੁੱਖ ਦੇਣਾ ਹੀ ਨਹੀਂ ਸੀ ਚਾਹਿਆ। ਹੁਣ ਇਹ ਕਿੰਨੀ ਉਦਾਸ ਹੈ, ਕਿੰਨੀ ਦੁਖੀ ਹੈ। ਰੱਖੜੀ ਵਾਲੇ ਦਿਨ ਉਹ ਕਿੰਨਾ ਰੋਈ ਸੀ। ਪਤਾ ਨਹੀਂ ਉਸ ਮਰਨ ਵਾਲੇ ਦਿਨ ਮੈਨੂੰ ਕੁਲਦੀਪ ਭੈਣ ਜੀ ਬਾਰੇ ਕਿਉਂ ਖਿਆਲ ਨਹੀਂ ਸੀ ਆਇਆ। ਗੋਲੀਆਂ ਲੱਗਣ ਸਾਰੀ ਜਾਨ ਨਹੀਂ ਸੀ ਨਿਕਲ ਗਈ। ਉਹ ਵੇਲਾ ਬੜਾ ਔਖਾ ਸੀ। ਉਸ ਘੜੀ ਮੈਂ ਜ਼ਰੂਰ ਕੁਲਦੀਪ ਭੈਣ ਜੀ ਨੂੰ ਹਾਕਾਂ ਮਾਰੀਆਂ ਸੀ ਕਿ ਭੈਣ ਜੀ ਮੈਨੂੰ ਬਚਾ ਲਓ। ਉਸ ਘੜੀ ਹੋ ਸਕਦਾ ਉਹਨਾਂ ਦਾ ਜੀਅ ਘਬਰਾਇਆ ਹੋਵੇ, ਦਿਲ ਡੁੱਬਿਆ ਹੋਵੇ, ਉਹ ਮੇਰੇ ਬਾਰੇ ਸੋਚ ਵੀ ਰਹੇ ਹੋਣ, ਪਰ ਪਲਾਂ ਛਿਨਾਂ 'ਚ ਹੀ ਖੇਡ ਖਤਮ ਹੋ ਗਈ ਸੀ। ਦੇਹ ਨੂੰ ਉੱਥੇ ਛੱਡ ਜਦ ਮੈਂ ਕੁਲਦੀਪ ਭੈਣ ਜੀ ਦੇ ਘਰ ਪਹੁੰਚਿਆ ਤਾਂ ਉਹ ਹਨੇਰੇ 'ਚ ਇਕੱਲੇ ਬਗੀਚੀ 'ਚ ਬੇਚੈਨ ਜੇ ਫਿਰ ਰਹੇ ਸਨ। ਫਿਰ ਉਹਨਾਂ ਨੇ ਜਿਵੇਂ ਆਪਣੇ ਆਪ ਨੂੰ ਹੀ ਦੱਸਿਆ, ਦਵਿੰਦਰ ਜਦੋਂ ਕਿਸੇ ਔਖ 'ਚ ਹੁੰਦਾ ਹੈ ਤਾਂ ਮੇਰਾ ਦਿਲ ਘਟਣ ਲੱਗ ਜਾਂਦਾ ਹੈ। ਅੱਜ ਇਉਂ ਨਹੀਂ ਹੋ ਰਿਹਾ।
ਹੋ ਸਕਦਾ ਉਹ ਕਿਧਰੇ ਬਹੁਤੀ ਪੀ ਕੇ ਸੌਂ ਗਿਆ ਹੋਵੇ। ਮੇਰਾ ਆਖਣ ਨੂੰ ਮਨ ਕੀਤਾ, ਤੁਹਾਡਾ ਦਿਲ ਇਸ ਲਈ ਨਹੀਂ ਡੁੱਬ ਰਿਹਾ ਕਿਉਂਕਿ ਉਹਦੇ ਦਿਲ ਦੀ ਕੋਈ ਔਖ ਤੁਹਾਡੇ ਤੀਕ ਹੁਣ ਨਹੀਂ ਪਹੁੰਚ ਰਹੀ ਸੀ। ਉਹਦੀ ਤਾਂ ਖੇਡ ਹੀ ਖਤਮ ਹੋ ਗਈ ਹੈ। ਪਰ ਮੇਰੀ ਕਿਹੜਾ ਆਵਾਜ਼ ਉਹਨਾਂ ਨੂੰ ਸੁਣਦੀ ਸੀ। ਫਿਰ ਉਹ ਗੇੜੇ ਕੱਢਦੇ ਕੱਢਦੇ ਜ਼ਮੀਨ ਉੱਤੇ ਇੱਕ ਥੜੇ ਜਿਹੇ ਉੱਪਰ ਬੈਠ ਗਏ, ਜਿਵੇਂ ਬਹੁਤ ਥੱਕ ਗਏ ਸਨ। ਉਹਨਾਂ ਦਾ ਧਿਆਨ ਮੇਰੇ ਵੱਲ ਹੀ ਸੀ। ਉਸੇ ਵੇਲੇ ਇੱਕ ਕਾਲਾ ਨਾਗ ਉਹਨਾਂ ਦੇ ਪੈਰਾਂ ਵੱਲ ਆ ਰਿਹਾ ਸੀ। ਮੈਂ ਦੇਖਿਆ। ਮੈਂ ਚੀਖ ਕੇ ਉਹਨਾਂ ਨੂੰ ਪਰਾਂ ਹੋ ਜਾਣ ਲਈ ਆਖਣਾ ਚਾਹੁੰਦਾ ਸੀ, ਪਰ ਮੇਰੇ ਕੋਲ ਕਿਹੜਾ ਆਵਾਜ਼ ਸੀ। ਮੈਂ ਬਹੁਤ ਛਟਪਟਾਇਆ। ਸੱਪ ਦੇ ਅੱਗੇ ਹੋ ਗਿਆ, ਡਸਣਾ ਹੀ ਹੈ ਤਾਂ ਮੈਨੂੰ ਡਸ ਲਏ। ਪਰ ਸਥੂਲ ਸਰੀਰ ਦੀ ਗੈਰ ਹਾਜ਼ਰੀ ਕਾਰਨ ਉਹ ਧੁੰਦ ਜਿਹੀ ਦੇ ਬਣੇ ਮੇਰੇ ਸਰੀਰ ਦੇ ਵਿੱਚ ਹੀ ਲੰਘ ਗਿਆ। ਬਿਲਕੁਲ ਕੋਲ ਜਾ ਕੇ ਸੱਪ ਨੇ ਪਤਾ ਨਹੀਂ ਕਿਵੇਂ ਜਾਣ ਲਿਆ ਕਿ ਭੈਣ ਜੀ ਉਹਦੇ ਦੁਸ਼ਮਣ ਨਹੀਂ, ਤੇ ਉਹ ਪੁੱਠਾ ਮੁੜ ਪਿਆ। ਮੈਂ ਮਸਾਂ ਪੂਰਾ ਸਾਹ ਲਿਆ। ਉਸ ਘੜੀ ਮੈਂ ਭੈਣ ਜੀ ਦੇ ਕੋਲ ਬੈਠ ਗਿਆ, ਪਰ ਉਹਨਾਂ ਨੂੰ ਪਤਾ ਨਾ ਲੱਗਿਆ। ਤ੍ਰਿਪ ਹੰਝੂ ਉਹਨਾਂ ਦੀਆਂ ਅੱਖਾਂ 'ਚੋਂ ਡਿੱਗਣ ਲੱਗੇ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਮਰ ਕੇ ਮਰਿਆ ਨਹੀਂ। ਮੈਂ ਤੁਹਾਡੇ ਕੋਲ ਖੜਾ, ਪਰ ਇਹ ਸਭ ਮੈਂ ਕਿਵੇਂ ਦੱਸਦਾ। ਮੈਂ ਆਪਣੀ ਭੈਣ ਨੂੰ ਕਿੰਨਾ ਦੁੱਖ ਦਿੱਤਾ ਸੀ, ਤੇ ਉਹ ਵੀ ਬਿਨਾਂ ਉਹਦੇ ਕਿਸੇ ਕਸੂਰ ਤੋਂ। ਇਸੇ ਲਈ ਕਿ ਉਹ ਮੈਨੂੰ ਇੰਨਾ ਪਿਆਰ ਕਰਦੀ ਹੈ। ਇਸੇ ਲਈ ਨਾ ਕਿ ਉਹ ਤੋਂ ਜਰਿਆ ਨਹੀਂ ਜਾਂਦਾ ਕਿ ਹੁਣ ਮੈਂ ਕਿਧਰੇ ਵੀ ਤਾਂ ਨਹੀਂ। ਹੁਣ ਤਾਂ ਮਨ ਇਉਂ ਕਰਦਾ ਹੈ ਇੱਕ ਵਾਰੀ ਫਿਰ ਕਿਧਰੇ ਜਨਮ ਹੋ ਜਾਏ, ਫਿਰ ਉਹੀ ਸਾਰਾ ਪਰਿਵਾਰ ਮਿਲ ਜਾਏ, ਜ਼ਿੰਦਗੀ ਦੁਬਾਰਾ ਸ਼ੁਰੂ ਕਰੀਏ ਤੇ ਯਾਦ ਰੱਖੀਏ ਕਿ ਅਸੀਂ ਸਭਨਾਂ ਨੇ ਮਰ ਜਾਣਾ ਹੈ। ਹੋ ਸਕਦਾ 84 ਦੇ ਇਸ ਗੇੜ 'ਚ ਮੁੜ ਕੇ ਕਦੇ ਮਿਲ ਹੀ ਜਾਈਏ। ਪਰ ਕੀ ਉਦੋਂ ਸਾਨੂੰ ਇਹ ਸਭ ਯਾਦ ਹੋਏਗਾ? ਇਹੀ ਕਿ ਮੈਂ ਕਰਨਾਲ ਦਵਿੰਦਰ ਸੀ, ਇੱਕ ਅਲਕਾ ਹੁੰਦੀ ਸੀ, 2 ਮੇਰੇ ਬੇਟੇ ਹੁੰਦੇ ਸੀ, ਅੰਗਦ ਤੇ ਅਰਵਿੰਦ। ਕਿੱਥੇ ਨੇ ਉਹ ਸਭ ਇਸ ਵੇਲੇ? ਮੈਨੂੰ ਸਾਰੇ ਬੜੇ ਯਾਦ ਆਉਂਦੇ ਨੇ। ਉਂਝ ਤਾਂ ਲੋਕ ਆਖਦੇ ਨੇ ਅਣਿਆਈ ਮਰਿਆਂ ਦੀ ਗੱਤ ਜ਼ਰੂਰ ਕਰਵਾ ਕੇ ਆਉਣੀ ਚਾਹੀਦੀ ਹੈ। ਮਤਲਬ ਇਹ ਹੈ ਕਿ ਮੇਰੀ ਦੇਹ ਤਾਂ ਮੁੱਕ ਗਈ ਹੈ, ਨਿਰੀ ਰੂਹ ਭੂਤ ਬਣੀ ਭਟਕਦੀ ਨਾ ਫਿਰੇ। ਪਰ ਇੱਥੋਂ ਜਾਣਾ ਨਹੀਂ ਚਾਹੁੰਦਾ। ਅਜੇ ਮੈਂ ਮੋਹ ਮਮਤਾ ਤੋਂ ਪਾਰ ਨਹੀਂ ਲੰਘ ਸਕਿਆ। ਤੁਸੀਂ ਆਖੋਗੇ ਜੇ ਮੋਹ ਮਮਤਾ ਜੇ ਬਾਕੀ ਸੀ ਤਾਂ ਫਿਰ ਆਪਣੇ ਆਪ ਨੂੰ ਮਾਰ ਕਿਵੇਂ ਲਿਆ? ਮੈਂ ਮੋਹ ਮਮਤਾ ਦੇ ਮੁੱਕ ਜਾਣ ਕਰਕੇ ਨਹੀਂ ਸੀ ਇਉਂ ਕੀਤਾ, ਸਗੋਂ ਲੱਗਦਾ ਮੈਂ ਕੁਝ ਵੱਧ ਹੀ ਮੋਹ ਮਮਤਾ ਦੇ ਚੱਕਰ 'ਚ ਉਲਝ ਗਿਆ ਸੀ। ਉਦੋਂ ਦਿਮਾਗ ਉੱਪਰ ਪਤਾ ਨਹੀਂ ਕਿਹੋ ਜਿਹੀ ਧੁੰਦ ਜਿਹੀ ਛਾ ਗਈ ਸੀ। ਕੁਝ ਵੀ ਸਾਫ਼ ਦਿਖਾਈ ਨਹੀਂ ਸੀ ਦੇ ਰਿਹਾ, ਕੁਝ ਵੀ ਸਾਫ਼ ਸੋਚਿਆ ਨਹੀਂ ਸੀ ਜਾ ਰਿਹਾ। ਜਿਵੇਂ ਤੇਜ਼ ਪਾਣੀ ਦਾ ਵਹਾਅ ਮੈਨੂੰ ਇੱਕ ਪਾਸੇ ਨੂੰ ਰੁੜਾਈ ਲਈ ਜਾ ਰਿਹਾ ਹੋਵੇ। ਉਸ ਘੜੀ ਜਿਵੇਂ ਮੈਂ ਹੀ ਨਹੀਂ ਸੀ, ਤੇ ਨਹੀਂ ਤਾਂ ਕੁਲਦੀਪ ਭੈਣ ਜੀ ਦਾ ਖਿਆਲ ਨਾ ਮੈਨੂੰ ਆ ਜਾਂਦਾ। ਤੇ ਹੁਣ ਲੱਗਦਾ ਮੈਂ ਜੋ ਕੀਤਾ ਉਹ ਠੀਕ ਨਹੀਂ ਕੀਤਾ। ਇੱਕ ਤਰ੍ਹਾਂ ਨਾਲ ਤਾਂ ਮੈਂ ਖੁਦਗਰਜ਼ ਹੀ ਹੋਇਆ ਕਿ ਆਪਣੀਆਂ ਪਰੇਸ਼ਾਨੀਆਂ ਦੂਸਰਿਆਂ ਨੂੰ ਦੇ ਕੇ ਆਪ ਚਲਾ ਗਿਆ। ਸੱਚ ਜਾਣੋ, ਮੈਂ ਕਿਧਰੇ ਨਹੀਂ ਗਿਆ। ਮਰ ਜਾਣ ਨਾਲ ਕੋਈ ਸੱਚਮੁੱਚ ਹੀ ਨਹੀਂ ਮਰ ਜਾਂਦਾ। ਹਾਂ, ਸਾਹਮਣੇ ਜਿਸ ਮੋਟਰਸਾਈਕਲ ਨੂੰ ਬਾਰ-ਬਾਰ ਕਿੱਕਾਂ ਮਾਰ ਕੇ ਦੁੱਧ ਹੀ ਚਲਾਉਣ ਦੀ ਕੋਸ਼ਿਸ਼ ਕਰ ਰਿਹਾ, ਅਸਲ 'ਚ ਮੇਰਾ ਮੋਟਰਸਾਈਕਲ ਹੈ, ਰਾਇਲ ਐਨਫੀਲਡ। ਤੇ ਮੈਂ ਇਹ ਮੋਟਰਸਾਈਕਲ ਕਾਲਜ ਦਾਖਲ ਹੋਣ ਵੇਲੇ ਲਿਆ ਸੀ। ਪਹਿਲੇ ਹੀ ਦਿਨ ਬੇਜੀ ਮੇਰੇ ਨਾਲ ਪਿੱਛੇ ਬੈਠ ਕੇ ਮੈਨੂੰ ਸਭ ਤੋਂ ਪਹਿਲਾਂ ਗੁਰਦੁਆਰੇ ਤੇ ਮਗਰੋਂ ਦੇਵੀ ਦੇ ਮੰਦਰ ਮੱਥਾ ਟਿਕਾਉਣ ਲੈ ਕੇ ਗਏ ਸੀ, ਤੇ ਆਖਦੇ ਸੀ ਇਹ ਮੋਟਰਸਾਈਕਲ ਮੇਰੇ ਪੁੱਤਰ ਨੂੰ ਸੁਹੰਡਣਾ ਹੋਵੇ, ਉਹਨੂੰ ਵਫਾ ਕਰੇ ਤੇ ਮੇਰਾ ਪੁੱਤਰ ਇਹਦੀ ਸਵਾਰੀ ਸੁਖੀ ਸਾਂਦੀ ਕਰਦਾ ਰਹੇ। ਇਸ ਮੋਟਰਸਾਈਕਲ ਨੇ ਮੇਰੇ ਜਿਉਂਦਿਆਂ ਮੇਰੇ ਨਾਲ ਪੂਰੀ ਵਫਾ ਨਿਭਾਈ ਸੀ। ਕਦੇ ਐਕਸੀਡੈਂਟ ਨਹੀਂ ਸੀ ਹੋਇਆ। ਉਂਝ ਭਾਵੇਂ ਮੈਂ ਆਪ ਵੀ ਹੌਲੀ ਚਲਾਉਂਦਾ ਸੀ, ਪਰ ਕੋਈ ਦੂਜਾ ਵੀ ਤਾਂ ਆ ਕੇ ਤੁਹਾਡੇ 'ਚ ਵੱਜ ਸਕਦਾ ਹੁੰਦਾ ਹੈ। ਕਦੇ ਰਾਹ ਖੈੜੇ ਇਹਨੇ ਵਿਚਾਲੇ ਧੋਖਾ ਨਹੀਂ ਸੀ ਦਿੱਤਾ। ਸੁਖਵੀਰ ਤੋਂ ਬਿਨਾਂ ਮੈਂ ਕਿਸੇ ਨੂੰ ਚਲਾਉਣ ਲਈ ਵੀ ਨਹੀਂ ਸੀ ਦਿੰਦਾ। ਅਜੇ ਤੱਕ ਉਹ ਉੱਡਾ ਹੀ ਵਧੀਆ ਪਿਆ। ਕਾਰ ਜਦੋਂ ਲਈ ਇੱਕ ਮਨ ਹੋਇਆ ਮੋਟਰਸਾਈਕਲ ਵੇਚਦੇ ਆ, ਪਰ ਵੱਡੀ ਭੈਣ ਕੁਲਦੀਪ ਆਖਣ ਲੱਗੀ, ਕੱਲ੍ਹ ਨੂੰ ਜੇ ਤੇਰੇ ਕਿਸੇ ਬੇਟੇ ਨੇ ਆਖਿਆ ਕਿ ਮੋਟਰਸਾਈਕਲ ਲੈਣਾ ਹੈ, ਇਹ ਤੋਂ ਚੰਗਾ ਇਹੀ ਰਹਿਣ ਦੇ, ਵਧੀਆ ਤਾਂ ਪਿਆ। ਮੈਂ ਆਪ ਹੀ ਨਹੀਂ ਸੀ ਵੇਚਣਾ ਚਾਹੁੰਦਾ। ਭੈਣ ਜੀ ਦੇ ਆਖਣ ਮਗਰੋਂ ਤਾਂ ਉੱਕਾ ਹੀ ਖਿਆਲ ਛੱਡ ਦਿੱਤਾ, ਸਗੋਂ ਕੋਲ ਬੈਠ ਕੇ ਆਪਣੇ ਪੁਰਾਣੇ ਮਿਸਤਰੀ ਤੋਂ ਸਰਵਿਸ ਕਰਾਈ। ਮਿਸਤਰੀ ਤਾਂ ਆਖਦਾ ਸੀ, ਕਾਕਾ ਜੀ ਤੁਹਾਡੀ ਚੀਜ਼ਾਂ ਦੀ ਸੰਭਾਲ ਬੜੀ ਚੰਗੀ ਹੈ। ਪੁਰਾਣੇ ਵੇਲਿਆਂ ਦੇ ਇਸ ਮਿਸਤਰੀ ਨੂੰ ਮੈਂ ਅਜੇ ਵੀ ਕਾਕਾ ਜਿਹਾ ਹੀ ਲੱਗਦਾ ਸੀ। ਅਖੀਰੀ ਵਾਰ ਮੈਂ ਮੋਟਰਸਾਈਕਲ ਉੱਪਰ ਰੁਲਦੂ ਨੂੰ ਹਸਪਤਾਲ ਲੈ ਕੇ ਗਿਆ ਸੀ। ਰੁਲਦੂ ਰਾਮ ਦੇ ਢਿੱਡ 'ਚ ਦਰਦ ਉੱਠ ਖੜਿਆ ਸੀ ਤੇ ਕਾਰ 'ਚ ਅਲਕਾ ਬਾਜ਼ਾਰ ਗਈ ਹੋਈ ਸੀ। ਉਸ ਦਿਨ ਲੱਗਿਆ ਜਿਵੇਂ ਮੋਟਰਸਾਈਕਲ ਕੁਝ ਉਦਾਸ ਜਿਹਾ ਹੋਵੇ। ਮੈਂ ਬਹੁਤਾ ਕਰਕੇ ਹੁਣ ਜੀਪ ਜਾਂ ਕਾਰ 'ਚ ਦਫ਼ਤਰ ਜਾਣ ਲੱਗ ਪਿਆ ਸੀ। ਸ਼ਾਇਦ ਇਸੇ ਕਰਕੇ ਉਹ ਉਦਾਸ ਸੀ। ਵਾਪਸ ਆ ਕੇ ਮੈਂ ਆਪ ਡਸਟਰ ਨਾਲ ਸਾਫ਼ ਕੀਤਾ, ਮਗਰੋਂ ਉੱਪਰ ਕਵਰ ਦਿੱਤਾ। ਲੱਗਿਆ ਇੰਨੇ ਸਾਲਾਂ ਤੋਂ ਮੇਰਾ ਸਾਥੀ ਹੈ, ਮੇਰੇ ਬਾਰੇ ਸੋਚਦਾ ਤਾਂ ਹੋਏਗਾ ਹੀ। ਨਹੀਂ, ਮੈਂ ਕਦੇ ਵੀ ਵੇਚਾਂਗਾ ਨਹੀਂ। ਮੈਂ ਜਿਵੇਂ ਮੋਟਰਸਾਈਕਲ ਨੂੰ ਸੁਣਾ ਕੇ ਉਸ ਉੱਪਰ ਹੱਥ ਫੇਰਦਿਆਂ ਆਖਿਆ। ਲੱਗਿਆ ਬਹੁਤ ਖੁਸ਼ ਹੋ ਗਿਆ ਸੀ, ਤੇ ਮੇਰੇ ਮਰਨ ਤੋਂ ਮਗਰੋਂ ਬਹੁਤ ਚਿਰ ਤਾਂ ਇਹ ਗਰਾਜ 'ਚ ਸੁੱਟਿਆ ਪਿਆ ਰਿਹਾ। ਬੈਟਰੀ ਡਾਊਨ ਹੋ ਗਈ, ਚੂਹੀ ਨੇ ਇੱਕ ਪਾਸਿਓਂ ਗੱਦੀ ਟੁੱਕ ਦਿੱਤੀ ਸੀ।
ਅਲਕਾ ਨੇ ਪਹਿਲੇ ਆਪਣੇ ਭਾਈ ਨੂੰ ਆਖਿਆ ਲੈ ਜਾ, ਪਰ ਉਹ ਆਖਦਾ ਸੀ ਇਹਨੂੰ ਵੇਚ ਕੇ ਥੋੜ੍ਹੇ ਹੋਰ ਪੈਸੇ ਪਾ ਕੇ ਨਵਾਂ ਲੈ ਦਿਓ। ਅਲਕਾ ਨੇ ਇਹਨੂੰ ਇੱਕ ਦੋਧੀ ਨੂੰ ਸਸਤਾ ਹੀ ਵੇਚ ਦਿੱਤਾ ਹੈ। ਹੁਣ ਉਹ ਇਸ ਉੱਪਰ ਦੁੱਧ ਢੋਂਦਾ ਹੈ ਜਾਂ ਚਾਰਾ ਢੋਂਦਾ ਹੈ। ਕੁਝ ਹੀ ਚਿਰ 'ਚ ਬੜਾ ਹੀ ਪੁਰਾਣਾ ਲੱਗਣ ਲੱਗ ਪਿਆ ਹੈ। ਇਸ ਵੇਲੇ ਇਹਦਾ ਵਿਚਲਿਆ ਕੁਝ ਨਹੀਂ, ਬਸ ਮੈਨੂੰ ਦੇਖ ਕੇ ਖੜ ਗਿਆ ਹੈ। ਉਹਨੂੰ ਤਾਂ ਮੈਂ ਦਿਸ ਰਿਹਾ ਹੋਵਾਂਗਾ। ਪਹਿਲਾਂ ਤਾਂ ਉਹ ਦੱਸਣਾ ਚਾਹੁੰਦਾ ਹੋਏਗਾ ਕਿ ਦੇਖ ਲਓ ਮੇਰੀ ਕੀ ਦਸ਼ਾ ਹੋ ਗਈ ਹੈ, ਪਰ ਮਗਰੋਂ ਮੇਰੀ ਵੱਲ ਝਾਕ ਕੇ ਚੁੱਪ ਜਿਹਾ ਕਰ ਗਿਆ। ਕਿੱਥੇ ਤਾਂ ਕਾਲਜ ਦੇ ਦਿਨਾਂ 'ਚ ਇਹਦੀ ਵੀ ਟੌਰ ਹੁੰਦੀ ਸੀ ਤੇ ਮੇਰੀ ਵੀ। ਫਿਰ ਵੀ ਐਡੇ ਵੱਡੇ ਦੁੱਧ ਦੇ ਢੋਲ ਦੋਹੀਂ ਪਾਸੇ ਲੱਦੇ ਹੋਏ ਵੇਖ ਕੇ ਮੇਰਾ ਬੜਾ ਹੀ ਜੀਅ ਖਰਾਬ ਹੋਇਆ। ਪਰ ਹੁਣ ਮੈਂ ਕੀ ਕਰ ਸਕਦਾ ਸੀ? ਆਖ ਵੀ ਨਹੀਂ ਸਕਦਾ ਵੀ ਦੋਧੀ ਨੂੰ ਕਿ ਮੇਰਾ ਮੋਟਰਸਾਈਕਲ ਹੈ। ਇਹਨੇ ਤਾਂ ਪੂਰੀ ਜ਼ਿੰਦਗੀ ਵਫਾ ਨਿਭਾਈ ਸੀ, ਬਸ ਮੈਂ ਹੀ ਖੁਦ ਗਰਜ਼ ਹੋ ਗਿਆ। ਮੈਂ ਹੀ ਇਸ ਨਾਲ ਵਫਾ ਨਹੀਂ ਨਿਭਾਈ। ਅਸਲ 'ਚ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਕਿਹਨਾਂ ਚੀਜ਼ਾਂ ਦੀ ਅਸੀਂ ਕਰਜ਼ਦਾਰ ਹੁੰਦੇ ਹਾਂ। ਦੇਖਿਆ ਜਾਏ ਤਾਂ ਬੰਦੇ ਦੀ ਦੇਹ, ਪ੍ਰਾਣ, ਮਨ, ਮਤ, ਬੁੱਧ ਨੂੰ ਸਿਰਜਣ ਲਈ ਕਿੱਡੀਆਂ ਵੱਡੀਆਂ ਸ਼ਕਤੀਆਂ ਕਾਰੇ ਲੱਗੀਆਂ ਰਹਿੰਦੀਆਂ ਨੇ। ਨਿੱਤ ਬਿਨਾਂ ਨਾਗੇ ਸੂਰਜ ਦਾ ਚੜ੍ਹਨਾ, ਪੌਣਾ ਦਾ ਵਗਣਾ, ਧਰਤੀ ਦਾ ਸਿਰਜਣਾ, ਪਾਣੀ ਦਾ ਹੋਣਾ ਤੇ ਇਹਨਾਂ ਸਭਨਾਂ ਨੂੰ ਆਕਾਸ਼ ਨੇ ਆਪਣੇ ਵਿੱਚ ਸਥਿਤ ਰੱਖਣਾ ਤੇ ਫਿਰ ਇਹਨਾਂ ਸਭਨਾਂ ਦਾ ਨਿਸ਼ਚਿਤ ਸਮੇਂ, ਨਿਸ਼ਚਿਤ ਅਨੁਪਾਤ 'ਚ ਨਿਸ਼ਚਿਤ ਰੂਪ ਧਾਰਨਾ ਛੋਟੀਆਂ ਕਰਾਮਾਤਾਂ ਤਾਂ ਨਹੀਂ। ਤੇ ਮੇਰੇ ਵਾਂਗ ਬੰਦਾ ਨਾਸ਼ੁਕਰਾ ਕਿਸੇ ਘੜੀ ਆਪਣੇ ਦੁੱਖ ਨੂੰ ਆਪਣੇ ਤੋਂ ਵੱਡਾ ਸੋਚ ਕੇ ਸਿਰਫ ਬੰਦੇ ਨੂੰ ਮਿਲੀ ਰਿਆਇਤ ਕਿ ਉਹ ਆਪ ਆਪਣਾ ਅੰਤ ਕਰ ਸਕਦਾ ਹੈ ਦੀ ਨਜਾਇਜ਼ ਵਰਤੋਂ ਨਾਲ ਰੰਗਾਂ, ਸੁਗੰਧਾਂ ਤੇ ਨਾਮ ਰੂਪ ਦੇ ਆਪਣੇ ਜਗਤ ਉੱਪਰ ਆਪਣੇ ਅੰਦਰ ਜਿਉਂਦੀ ਮਿਨੀਏਚਰ ਸ੍ਰਿਸ਼ਟੀ ਉੱਪਰ ਕਾਂਟਾ ਫੇਰ ਦਿੰਦਾ ਹੈ। ਬੰਦਾ ਉਸ ਘੜੀ, ਉਸ ਪਲ ਪਤਾ ਨਹੀਂ ਕਿਹੜੇ ਨਛੱਤਰੀ ਘੁੰਮਦਾ, ਕਿਹੜੀ ਜ਼ਹਿਰ, ਕਿਹੜੇ ਕਹਿਰ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ ਕਿ ਉਹ ਆਪਣੇ ਵਿਚਲੀ ਰੱਬੀ ਸ਼ਕਤੀ ਨੂੰ ਫਨਾਹ ਵਾਲੇ ਪਾਸੇ ਲਾ ਦਿੰਦਾ। ਕਾਸ਼ ਰੱਬ ਤੇ ਇਹ ਸਭ ਰੱਬੀ ਸ਼ਕਤੀਆਂ ਮੈਨੂੰ ਮਾਫ਼ ਕਰ ਦੇਣ। ਉਸ ਘੜੀ ਮੈਂ ਨਹੀਂ ਸੀ, ਨਹੀਂ ਤਾਂ ਮੈਂ ਆਪਣੀ ਕੁਲਦੀਪ ਭੈਣ ਜੀ ਨੂੰ ਇੰਨਾ ਦੁੱਖ ਦੇ ਸਕਦਾ ਸੀ। ਅਲਕਾ ਜੋ ਵੀ ਸੀ, ਮੈਂ ਉਹਨੂੰ ਨਫ਼ਰਤ ਨਹੀਂ ਕਰਦਾ। ਉਸ ਬਾਰੇ ਪਤਾ ਨਹੀਂ ਉਸ ਵੇਲੇ ਮੈਂ ਕਿਉਂ ਨਾ ਸੋਚ ਸਕਿਆ। ਸੋਚਿਆ ਤਾਂ ਸ਼ਾਇਦ ਸੀ, ਸਿਰਫ ਉਸ ਬਾਰੇ ਸੋਚਿਆ ਸੀ, ਪਰ ਠੀਕ ਨਹੀਂ ਸੀ ਸੋਚਿਆ। ਅਲਕਾ ਕਿੰਨਾ ਰੋਈ ਸੀ ਜਿਸ ਦਿਨ GOC ਨੂੰ ਮਿਲਣ ਗਈ। ਉਹ ਘੰਟਾ ਭਰ ਬਾਹਰ ਬੈਠੀ ਇੰਤਜ਼ਾਰ ਕਰਦੀ ਰਹੀ ਸੀ। ਜਦੋਂ ਮਿਲਿਆ ਵੀ ਤਾਂ ਕਿਸੇ ਨੌਕਰੀ ਬਾਰੇ ਗੱਲ ਕਰਨ ਦੀ ਥਾਂ ਜਿਹਦੀ ਖਾਤਰ ਅਲਕਾ ਗਈ ਸੀ, ਉਹ ਅੱਖਾਂ ਜਿਹੀਆਂ ਲਿਸ਼ਕਾ ਕੇ ਹੋਰ ਹੀ ਗੱਲਾਂ ਕਰਦਾ ਰਿਹਾ ਕਿ ਕੀ ਇੰਸ਼ੋਰੈਂਸ ਦਾ 4 ਲੱਖ ਮਿਲ ਗਿਆ, ਕੀ ਕਾਰ ਵੇਚ ਦਿੱਤੀ, ਇੱਕ ਬੇਟੇ ਨੂੰ NDA ਵਿੱਚ ਕਿਉਂ ਨਹੀਂ ਭੇਜ ਦਿੰਦੇ। ਕੋਈ ਪੁੱਛਣ ਵਾਲਾ ਹੋਵੇ ਵੀ ਸਾਲਿਆ ਇਹ ਗੱਲਾਂ ਤੇਰੇ ਤੋਂ ਪੁੱਛ ਕੇ ਕਰਨੀਆਂ ਨੇ। ਤੇ ਫਿਰ ਪੰਜਵੇਂ ਦਿਨ ਹਨੇਰੇ ਜਿਹੇ ਹੋਏ ਸੈਰ ਕਰਦਾ ਕਟਸੀ ਕਾਲ ਕਰਨ ਆ ਗਿਆ। ਉਸ ਵੇਲੇ ਮੈਂ ਉਹਦੇ ਸਾਹਮਣੇ ਹੀ ਤਾਂ ਸੋਫੇ 'ਤੇ ਬੈਠਾ ਸੀ, ਪਰ ਉਹਨੂੰ ਦਿਸਦਾ ਥੋੜ੍ਹਾ ਸੀ। ਪਹਿਲੇ ਤਾਂ ਬੇਮਤਲਬੀ ਚਾਹ ਪੀਣ ਬੈਠ ਗਿਆ, ਫਿਰ ਬਾਥਰੂਮ ਜਾਣ ਦੇ ਬਹਾਨੇ ਬੈੱਡਰੂਮ 'ਚ ਜਾ ਵੜਿਆ। ਅਲਕਾ ਬੇਵਕੂਫ ਜ਼ਿਆਦਾ ਹੀ ਮੈਨਰਜ਼ ਵਿਖਾ ਰਹੀ ਸੀ। ਮੇਰਾ ਜੀ ਕਿਤੇ ਸਾਲੇ ਨੂੰ ਗਰਦਨ ਤੋਂ ਫੜ ਲਵਾਂ, ਬੂਥਾ ਤੋੜਦਿਆਂ ਮਾਰ ਕੇ ਚਪੇੜਾਂ, ਪਰ ਮੈਂ ਤਾਂ ਨਿਰੀ ਹਵਾ ਸੀ। ਪਰ ਹੌਲੀ ਤੁਰਦਾ ਮੇਰੇ ਕੁੱਤਿਆਂ ਦਾ ਬੱਚਾ ਲੱਕੀ ਪਤਾ ਨਹੀਂ ਕਦੋਂ ਅੰਦਰ ਆ ਗਿਆ। ਉਹ ਮੇਰੇ ਵੱਲ ਝਾਕ ਕੇ GOC ਨੂੰ ਉੱਚੀ ਭੌਂਕਣ ਲੱਗ ਪਿਆ। ਕਹਿੰਦੇ ਨੇ ਕੁੱਤਿਆਂ ਨੂੰ ਰੂਹਾਂ ਦਿਸ ਪੈਂਦੀਆਂ ਨੇ। ਮੈਂ ਇਸ਼ਾਰਾ ਕੀਤਾ ਤਾਂ ਉਹ GOC ਨੂੰ ਝਿੰਗਾਂ ਲੈ ਕੇ ਪੈਣ ਲੱਗ ਪਿਆ। ਅਲਕਾ ਰੋਕਦੀ ਰਹੀ, ਘੂਰਦੀ ਰਹੀ, ਪਰ ਉਹ ਭੌਂਕਣੋਂ ਨਹੀਂ ਹਟਿਆ। ਅੱਛਾ, ਮੈਂ ਕਦੇ ਫੇਰ ਆਵਾਂਗਾ, ਇਹਨੂੰ ਬੰਨ੍ਹ ਕੇ ਰੱਖਿਆ ਕਰੋ, ਆਖਦਾ ਉਹ ਚਲਾ ਗਿਆ। ਮਗਰੋਂ ਅਲਕਾ ਨੇ ਜੁੱਤੀ ਚੁੱਕ ਕੇ ਲੱਕੀ ਨੂੰ ਮਾਰਿਆ। ਉਹਦਾ ਖਿਆਲ ਸੀ GOC ਦਾ ਇਉਂ ਕਿਸੇ ਦੇ ਘਰ ਆਉਣਾ ਛੋਟੀ ਗੱਲ ਤਾਂ ਨਹੀਂ ਸੀ। ਬੇਵਕੂਫ ਨੂੰ ਇਹ ਨਹੀਂ ਪਤਾ ਕਿ ਉਹ ਵੀ ਇੱਕ ਆਦਮੀ ਹੈ ਤੇ ਤੇਰੇ ਵਰਗੀ ਖੂਬਸੂਰਤ ਔਰਤ ਨੂੰ ਵੇਖ ਕੇ ਕਿਹਦਾ ਈਮਾਨ ਨਹੀਂ ਡੋਲ ਜਾਊਗਾ। ਮੈਨੂੰ ਪਤਾ ਸੀ ਅਲਕਾ ਭਾਵੇਂ ਕਰੈਕਟਰ ਦੀ ਮਾੜੀ ਨਹੀਂ, ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰੇ ਮਗਰੋਂ ਸਾਰੇ ਬੰਦੇ ਜਾਨਵਰ ਵਾਂਗ ਬਿਹੇਵ ਕਰਨਗੇ। ਉਸ ਵੇਲੇ ਮੈਨੂੰ ਲੱਕੀ ਬੜਾ ਚੰਗਾ ਲੱਗਿਆ ਕਿ ਬੰਦਿਆਂ ਨਾਲ ਤਾਂ ਇਹੋ ਵਧੀਆ ਹੈ। ਮਗਰੋਂ ਮੈਂ ਲੱਕੀ ਨੂੰ ਸਾਰੇ ਘਰ 'ਚ ਟੋਲਦਾ ਫਿਰਿਆ, ਪਰ ਉਹ ਪਤਾ ਹੀ ਨਹੀਂ ਕਿੱਥੇ ਛੁਪ ਕੇ ਬੈਠ ਗਿਆ ਸੀ। ਲੱਕੀ ਦੇ ਮਾਂ-ਪਿਓ ਮੇਰੇ ਮਗਰੋਂ ਬਹੁਤਾ ਚਿਰ ਜਿਉਂਦੇ ਨਹੀਂ ਸੀ ਰਹੇ। ਬੇਜੀ ਆਖਦੇ ਹੁੰਦੇ ਸੀ, ਇਹਨਾਂ ਦੇ ਮੂੰਹ 'ਚ ਸਿਰਫ ਜ਼ੁਬਾਨ ਨਹੀਂ, ਉਂਝ ਇਹ ਸਭ ਸਮਝਦੇ ਨੇ। ਰੋਮੀਓ ਤੇ ਜੂਲੀਅਟ ਨੇ ਰੋਟੀ ਖਾਣੀ ਛੱਡ ਦਿੱਤੀ ਸੀ। ਉਹ ਹਰ ਆਏ ਗਏ ਦੇ ਮੂੰਹ ਵੱਲ ਉਦਰਿਆਂ ਵਾਂਗ ਤੱਕਦੇ ਰਹਿੰਦੇ ਸੀ। 2-3 ਦਿਨਾਂ ਮਗਰੋਂ ਜੂਲੀਅਟ ਤੋਂ ਜਿਵੇਂ ਭੁੱਖ ਸਹਾਰੀ ਨਹੀਂ ਸੀ ਗਈ। ਸ਼ਾਇਦ ਇਸ ਲਈ ਕਿ ਇੱਕ ਨਿੱਕਾ ਜਿਹਾ ਉਹਦਾ ਬੱਚਾ ਵੀ ਤਾਂ ਉਹਦਾ ਦੁੱਧ ਚੰਗਦਾ ਸੀ। ਸ਼ਾਇਦ ਉਸੇ ਦੀ ਖਾਤਰ ਉਹ ਖਾਣ ਪੀਣ ਲੱਗ ਪਈ ਸੀ। ਪਰ ਰੋਮੀਓ ਹਰ ਆਉਣ ਵਾਲੇ ਨੂੰ ਸੁੰਘਦਾ, ਧਿਆਨ ਨਾਲ ਦੇਖਦਾ ਤੇ ਮੁੜ ਕੇ ਆਪਣੇ ਪੰਜਿਆਂ ਉੱਪਰ ਮੂੰਹ ਰੱਖ ਕੇ ਬੈਠ ਜਾਂਦਾ। ਉਹਦੀਆਂ ਅੱਖਾਂ 'ਚੋਂ ਪਾਣੀ ਵਗ ਕੇ ਘਰਾਲਾਂ ਪੈ ਗਈਆਂ ਸੀ।
ਤੇ ਅੰਗਦ ਨੇ ਉਹਨੂੰ ਪੁਚਕਾਰਿਆ ਵੀ, ਉਹਦੀ ਪਿੱਠ ਉੱਪਰ ਹੱਥ ਵੀ ਫੇਰਿਆ। ਉਹਦੇ ਕੋਲ ਬੈਠਾ ਰੋਂਦਾ ਵੀ ਰਿਹਾ, ਪਰ ਰੋਮੀਓ ਨੇ ਫਿਰ ਵੀ ਕੁਛ ਨਾ ਖਾਧਾ। 13 ਦਿਨਾਂ ਮਗਰੋਂ ਆਖਦੇ ਨੇ ਪਤਾ ਨਹੀਂ ਕਿਵੇਂ ਮੇਰੇ ਦਫ਼ਤਰ ਪਹੁੰਚ ਗਿਆ ਤੇ ਸਾਰਾ ਦਿਨ ਉੱਥੇ ਗੇਟ ਕੋਲ ਬੈਠਾ ਰਿਹਾ ਤੇ ਉੱਥੇ ਬੈਠਾ ਬੈਠਾ ਹੀ ਮਰ ਗਿਆ। ਹੁਣ ਕਈ ਵਾਰੀ ਮੈਨੂੰ ਰੋਮੀਓ ਬਹੁਤ ਯਾਦ ਆਉਂਦਾ ਹੈ। ਉਹਨੂੰ ਚਾਹੀਦਾ ਸੀ ਮੇਰੇ ਮਗਰੋਂ ਅਲਕਾ ਦਾ ਖਿਆਲ ਰੱਖਦਾ। ਅੰਗਦ ਤਾਂ ਭਲਾ ਬਾਹਰ ਪੜ੍ਹਦਾ, ਅਰਵਿੰਦ ਦਾ ਖਿਆਲ ਰੱਖਦਾ। ਛੋਟੇ ਹੁੰਦੇ ਨੂੰ ਉਹਨੂੰ ਅਰਵਿੰਦ ਚੋਰੀਆਂ ਹੀ ਆਪਣੇ ਬਿਸਤਰੇ 'ਚ ਸੁਲਾ ਲੈਂਦਾ ਹੁੰਦਾ ਸੀ। ਕਈ ਵਾਰੀ ਮੈਨੂੰ ਕਾਲੀ ਦੇਵੀ ਦੇ ਮੰਦਿਰ ਦੀਆਂ ਘੰਟੀਆਂ ਵੱਜਦੀਆਂ ਸੁਣਾਈ ਦਿੰਦੀਆਂ ਨੇ। ਮੈਂ ਨੇੜੇ ਜਾਂਦਾ ਤਾਂ ਦੂਰ ਹੀ ਖਲੋਣਾ ਪੈਂਦਾ ਹੈ। ਮੈਂ ਮੰਦਿਰ ਦੇ ਅੰਦਰ ਨਹੀਂ ਜਾ ਸਕਦਾ, ਗੁਰਦੁਆਰੇ ਦੇ ਅੰਦਰ ਵੀ ਨਹੀਂ ਜਾ ਸਕਦਾ। ਸਾਰੇ ਧਾਰਮਿਕ ਸਥਾਨਾਂ ਦੇ ਗਿਰਦ ਅਣਦਿਸਦੀ ਪਵਿੱਤਰ ਵਾਯੂਮੰਡਲ ਦੀ ਕਾਰ ਕੱਢੀ ਹੁੰਦੀ ਹੈ। ਕੋਈ ਵੀ ਪ੍ਰੇਤ ਜੂਨ 'ਚ ਪਿਆ ਬੰਦਾ ਉਹ ਕਾਰ ਨਹੀਂ ਟੱਪ ਸਕਦਾ। ਉਹਨੂੰ ਭਜਨ ਪਾਠ ਸੁਣਨ ਦੀ ਮਨਾਹੀ ਜੋ ਹੁੰਦੀ ਹੈ। ਭਜਨ ਪਾਠ ਨਾਲ ਹੀ ਉਹਦੀ ਮੁਕਤੀ ਹੋਣੀ ਹੁੰਦੀ ਹੈ ਤੇ ਮੁਕਤੀ ਦਾ ਉਹ ਅਧਿਕਾਰੀ ਨਹੀਂ ਰਿਹਾ ਹੁੰਦਾ। ਉਹਨੇ ਰੱਬ ਦੇ ਹੁਕਮ ਦੀ ਉਲੰਘਣਾ ਜੋ ਕੀਤੀ ਹੁੰਦੀ ਹੈ। ਆਪਣੀ ਜਾਨ ਆਪ ਲੈ ਲੈਣੀ ਰੱਬ ਦੇ ਹੁਕਮ ਦੀ ਉਲੰਘਣਾ ਹੀ ਤਾਂ ਹੁੰਦੀ ਹੈ। ਪਰ ਉਸ ਘੜੀ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੌਤ ਸਿਰਫ ਜਿਸਮ ਦੀ ਹੁੰਦੀ ਹੈ। ਮੁੱਕਦਾ ਸਿਰਫ ਜਿਸਮ ਹੈ ਤੇ ਰਹਿੰਦੀ ਉਮਰ ਉਹਦੇ ਬਿਨਾਂ ਜਿਸਮ ਦੇ ਹੀ ਜਿਉਣੀ ਹੁੰਦੀ ਹੈ। ਬਿਨਾਂ ਜਿਸਮ ਜਿਉਣਾ ਕਿਹੋ ਜਿਹਾ ਹੁੰਦਾ ਹੈ ਇਹ ਮੈਂ ਹੀ ਜਾਣਦਾ। ਗਾਲਿਬ ਨੇ ਆਖਿਆ ਸੀ, ਅਬ ਤੋਂ ਘਬਰਾ ਕੇ ਯੂ ਕਹਤੇ ਹੋ ਕਿ ਮਰ ਜਾਏਂਗੇ, ਮਰ ਕਰ ਵੀ ਨ ਚੈਨ ਪਾਇਆ ਤੋ ਕਿਧਰ ਜਾਏਂਗੇ। ਇਸੇ ਲਈ ਤਾਂ ਆਤਮ ਹੱਤਿਆ ਨੂੰ ਸਾਡੇ ਸਾਰੇ ਧਰਮ ਗ੍ਰੰਥਾਂ 'ਚ ਪਾਪ ਆਖਿਆ, ਗੁਨਾਹ ਮੰਨਿਆ ਗਿਆ। ਕਈ ਵਾਰ ਤਾਂ ਲੱਗਦਾ ਹੈ ਇਹ ਉਹ ਕਤਲ ਹੁੰਦਾ ਜਿਹੜਾ ਦੂਜੇ ਤੁਹਾਡੇ ਆਪਣੇ ਕੋਲੋਂ ਹੀ ਕਰਵਾ ਦਿੰਦੇ ਨੇ। ਪਰ ਇਹ ਤਾਂ ਹੀ ਸੰਭਵ ਹੈ ਜੇ ਤੁਸੀਂ ਏਡੇ ਹੀ ਕਮਜ਼ੋਰ ਹੋਵੋ ਕਿ ਦੂਸਰੇ ਤੁਹਾਡੇ ਕੋਲੋਂ ਆਪਣੀ ਗਲਤ ਮਰਜ਼ੀ ਵੀ ਮਨਵਾ ਲੈਂਦੇ ਨੇ। ਕਮਜ਼ੋਰ ਹੋਣਾ ਵੀ ਤਾਂ ਇੱਕ ਗੁਨਾਹ ਹੀ ਹੈ। ਉਦੋਂ ਇਹਨਾਂ ਸਭ ਗੱਲਾਂ ਦੀ ਮੈਨੂੰ ਸਮਝ ਨਹੀਂ ਸੀ, ਪਰ ਹੁਣ ਮੈਨੂੰ ਬਰਨਾਰਡ ਸ਼ਾਹ ਦਾ ਗਾਂਧੀ ਦੀ ਮੌਤ ਵੇਲੇ ਭੇਜਿਆ ਸ਼ੋਕ ਸੰਦੇਸ਼ ਵੀ ਸਮਝ ਆਉਂਦਾ ਹੈ ਕਿ The world can see how dangerous it is to be too good। ਮੈਂ ਜਿਸ ਚੰਗੇਪਣ ਨੂੰ, ਜਿਸ ਨਫਾਸਤ ਨੂੰ ਆਪਣਾ ਗੁਣ, ਆਪਣੀ ਪ੍ਰਾਪਤੀ ਸਮਝਦਾ ਸੀ, ਉਸੇ ਨੇ ਮੈਨੂੰ ਇਸ ਦਸ਼ਾ ਤੱਕ ਪਹੁੰਚਾ ਦਿੱਤਾ ਸੀ। ਨਹੀਂ ਤਾਂ ਮੈਂ ਕਿਸ ਗੱਲੋਂ ਘੱਟ ਸੀ ਕਿਸੇ ਨਾਲੋਂ। ਮਾਂ ਬਾਪ ਦਾ ਇਕੱਲਾ ਪੁੱਤਰ, ਜ਼ਮੀਨ ਜਾਇਦਾਦ, ਕੋਠੀ, ਕਾਰ, 2 ਪੁੱਤਰ, ਏਡੀ ਵਧੀਆ ਫੌਜ ਦੀ ਅਫਸਰੀ। ਭਾਵੇਂ ਮੈਂ ਇਹਨਾਂ ਗੱਲਾਂ ਬਾਰੇ ਕਦੇ ਪਰਵਾਹ ਨਹੀਂ ਸੀ ਕੀਤੀ, ਫਿਰ ਵੀ ਸੁੱਚੀ ਕੁੱਲ, ਉੱਚੀ ਜ਼ਾਤ, ਚੰਗਾ ਘਰ, ਚੰਗਾ ਕੱਦ ਕਾਠ, ਸੋਹਣੀ ਸਿਹਤ, ਹੋਰ ਭਲਾ ਕੋਈ ਰੱਬ ਕੋਲੋਂ ਕੀ ਮੰਗ ਸਕਦਾ ਸੀ। ਪਰ ਸੱਪ ਨਾਲ ਲੱਕੜਾਂ ਬੰਨ੍ਹਣ ਵਾਂਗ ਮੈਂ ਆਪ ਹੀ ਆਪਣਾ ਇਹ ਹਾਲ ਕਰ ਲਿਆ ਸੀ ਕਿ 2 ਟਕੇ ਦੀ ਜ਼ਨਾਨੀ ਬਿਨਾਂ ਹੀ ਮੇਰੇ ਕਿਸੇ ਕਸੂਰ ਦੇ ਮੈਨੂੰ ਅੱਖਾਂ ਵਿਖਾਉਣ ਲੱਗ ਪਈ ਸੀ। ਇਸ ਲਈ ਕਿ ਮੋਹ ਦਾ ਮਾਰਿਆ ਮੈਂ ਉਹਨੂੰ ਤੇ ਬੱਚਿਆਂ ਨੂੰ ਲੋੜੋਂ ਵੱਧ ਸਿਰ 'ਤੇ ਚੁੱਕ ਲਿਆ ਸੀ। ਮੈਂ ਮੰਨਦਾ ਮੇਰੀ ਗਲਤੀ ਸੀ। ਮੈਂ ਬਾਕੀ ਸਭ ਕੁਝ ਭੁੱਲ ਹੀ ਗਿਆ ਸੀ। ਨਾ ਮੈਨੂੰ ਬੇਜੀ ਯਾਦ ਰਹੀ, ਨਾ ਭੈਣਾਂ। ਵੱਡੀ ਭੈਣ ਕੁਲਦੀਪ ਨੇ ਪਤਾ ਨਹੀਂ ਸਾਡਾ ਪਿਛਲੇ ਜਨਮ ਦਾ ਕੀ ਕਰਜ਼ਾ ਦੇਣਾ ਸੀ ਕਿ ਉਹ ਬਿਨ ਬੁਲਾਇਆਂ ਵੀ ਸਾਡੇ ਘਰ ਆ ਜਾਂਦੀ। ਖਾਲੀ ਜਾਂਦੀ ਵੀ ਮਨ 'ਚ ਅਸੀਸਾਂ ਹੀ ਦਿੰਦੀ ਜਾਂਦੀ। ਅਲਕਾ ਨੂੰ ਫਿਰ ਵੀ ਚੰਗੀ ਨਹੀਂ ਸੀ ਲੱਗਦੀ। ਅਲਕਾ ਨੂੰ ਸਾਡੇ ਘਰ ਦਾ ਕੋਈ ਵੀ ਚੰਗਾ ਨਹੀਂ ਸੀ ਲੱਗਦਾ। ਵੱਡੀ ਭੈਣ ਵਾਂਗ ਉਹ ਇਹ ਨਹੀਂ ਸੀ ਸਮਝਦੀ ਕਿ ਭੈਣ ਭਾਈ ਤਾਂ ਬੰਦੇ ਦੇ ਖੰਭ ਹੁੰਦੇ ਨੇ, ਬੰਦੇ ਦੀਆਂ ਬਾਹਾਂ ਹੁੰਦੀਆਂ ਨੇ। ਗਲਤੀ ਸ਼ਾਇਦ ਮੇਰੀ ਸੀ, ਮੈਂ ਹੀ ਉਹਨੂੰ ਉਹਦੀ ਥਾਂ ਨਹੀਂ ਸੀ ਸਮਝਾ ਸਕਿਆ। ਹੁਣ ਮੈਨੂੰ ਵੱਡੀ ਭੈਣ ਦੀਆਂ ਆਖੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਮਾਂ ਦੀਆਂ ਅਸੀਸਾਂ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਅਸੀਸਾਂ ਹੀ ਸਾਡੀ ਰੱਖਿਆ ਕਰਦੀਆਂ ਨੇ। ਅੱਗੇ ਲੋਕ ਗਰੀਬ ਗੁਰਬੇ ਤੋਂ ਅਸੀਸਾਂ ਲੈਂਦੇ, ਸਾਧੂ ਸੰਤਾਂ ਤੋਂ ਅਸੀਸਾਂ ਲੈਂਦੇ, ਬੜੇ ਬੁੜਿਆਂ ਤੋਂ, ਇੱਥੋਂ ਤੱਕ ਕਿ ਜਾਨਵਰਾਂ ਨੂੰ ਚੋਗਾ ਪਾ ਕੇ ਵੀ ਆਪਣੇ ਜਾਣੇ ਅਸੀਸਾਂ ਲਈਆਂ ਜਾਂਦੀਆਂ। ਕਿਸੇ ਨੂੰ ਮੱਥਾ ਟੇਕਣ ਨਾਲ, ਕਿਸੇ ਦੇ ਪੈਰੀਂ ਹੱਥ ਲਾਉਣ ਨਾਲ ਅਗਲਾ ਜੋ ਅਸੀਸਾਂ ਦਿੰਦਾ ਉਹ ਬੇਮਤਲਬ ਨਿਰੇ ਸ਼ਬਦ ਤਾਂ ਨਹੀਂ ਸਨ। ਪਰ ਹੁਣ ਤਾਂ ਸਾਡੇ ਆਲੇ ਦੁਆਲੇ ਬਦ ਅਸੀਸਾਂ, ਬਦ ਦੁਆਵਾਂ, ਚੁਗਲੀਆਂ, ਬਦਖੋਈਆਂ, ਗਾਲਾਂ, ਤੋਹਮਤਾਂ ਤੇ ਨੰਗੀਆਂ ਆਵਾਜ਼ਾਂ ਹੀ ਘੁੰਮਦੀਆਂ ਰਹਿੰਦੀਆਂ ਨੇ। ਕਈ ਵਾਰ ਤਾਂ ਜਿਵੇਂ ਸਾਹ ਘੁੱਟਣ ਲੱਗ ਜਾਂਦਾ ਹੈ। ਹੁਣ ਸੋਚਦਾ ਕਿੱਥੇ ਕੀ ਗਲਤ ਹੋ ਗਿਆ। ਬੇਜੀ ਜਦੋਂ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਨਹਾ ਕੇ ਪਾਠ ਕਰਦੇ ਸਨ, ਜਦੋਂ ਦਿਨ ਸੁੱਧ ਉਹ ਮੰਦਰ ਗੁਰਦੁਆਰੇ ਵੀ ਜਾਂਦੇ ਤੇ ਲਾਗੀਆਂ ਨੂੰ, ਗਰੀਬ ਗੁਰਬੇ ਨੂੰ ਪੁੰਨਦਾਨ ਵੀ ਕਰਦੇ, ਹਰ ਰੋਜ਼ ਜੋ ਜਾਨਵਰਾਂ ਨੂੰ ਦਾਣੇ ਪਾਉਂਦੇ, ਯਤੀਮਖਾਨੇ ਰਸਦ ਭੇਜਦੇ, ਤਾਂ ਅਸੀਂ ਉਹਨਾਂ ਨੂੰ ਆਖਦੇ ਭਾਵੇਂ ਕੁਝ ਨਹੀਂ ਸੀ, ਪਰ ਲੱਗਦਾ ਇਹ ਸਭ ਬੇਮਾਇਨੇ ਤੇ ਫਜ਼ੂਲ ਹੀ ਸੀ। ਪੁਰਾਣੇ ਲੋਕਾਂ ਨੂੰ ਰੱਬ ਦੀ ਹੋਂਦ 'ਚ ਯਕੀਨ ਸੀ। ਉਹ ਹਰ ਕੰਮ ਰੱਬ ਦਾ ਨਾਂ ਲੈ ਕੇ, ਉਹਦਾ ਸਹਾਰਾ ਲੈ ਕੇ, ਉਹਦੀ ਆਗਿਆ ਲੈ ਕੇ ਕਰਦੇ ਸਨ। ਨਿੱਕੀਆਂ ਨਿੱਕੀਆਂ ਰਸਮਾਂ ਤੋਂ ਲੈ ਕੇ ਵੱਡੇ ਵੱਡੇ ਜੰਮਣ ਮਰਨ ਦੇ ਮੌਕਿਆਂ ਉੱਪਰ ਰੱਬ ਦਾ ਬਾਰ-ਬਾਰ ਜ਼ਿਕਰ ਹੁੰਦਾ ਸੀ।
ਕਿਸੇ ਦੇ ਘਰ ਪੁੱਤਰ ਜੰਮਦਾ ਤਾਂ ਲੋਕ ਵਧਾਈ ਦਿੰਦੇ, ਆਖਦੇ ਸਨ ਰੱਬ ਨੇ ਭਾਗ ਲਾ ਦਿੱਤੇ, ਰੱਬ ਨੇ ਜੜ ਲਾ ਦਿੱਤੀ, ਰੱਬ ਨੇ ਲਾਲ ਦੇ ਦਿੱਤਾ। ਕਿਸੇ ਦਾ ਵਿਆਹ ਹੁੰਦਾ ਤਾਂ ਆਖਦੇ ਸੀ ਰੱਬ ਨੇ ਚੰਗਾ ਵਰ ਘਰ ਦੇ ਦਿੱਤਾ, ਰੱਬ ਭਾਗ ਲਾਵੇ। ਇੱਥੇ ਹੀ ਸੰਜੋਗ ਲਿਖੇ ਸਨ ਰੱਬ ਨੇ, ਤੇ ਜੇ ਕੋਈ ਮਰ ਜਾਏ ਤਾਂ ਆਖਦੇ ਸਨ ਰੱਬ ਦਾ ਭਾਣਾ ਹੈ, ਉਹਦੀ ਇੰਨੀ ਲਿਖੀ ਸੀ, ਰੱਬ ਦੀ ਰਜ਼ਾ ਹੈ। ਇਉਂ ਸਭ ਕਾਸੇ ਦੀ ਜ਼ਿੰਮੇਵਾਰੀ ਲੋਕ ਰੱਬ ਨੂੰ ਦੇ ਦਿੰਦੇ ਤੇ ਆਪ ਉਹਦੀ ਰਜ਼ਾ 'ਚ ਹੀ ਰਹਿੰਦੇ। ਇਸੇ 'ਚ ਸੁੱਖ ਸੀ। ਪਰ ਹੁਣ ਕਿੱਥੇ ਹੈ ਰੱਬ? ਨਿਤਸ਼ੇ ਆਖਦਾ ਹੈ ਰੱਬ ਮਰ ਗਿਆ ਹੈ। ਬਹੁਤ ਵਰ੍ਹੇ ਪਹਿਲਾਂ ਭੈਣ ਜੀ ਦੀਆਂ ਕਿਤਾਬਾਂ 'ਚ ਇੱਕ ਫਰਾਂਸੀਸੀ ਲੇਖਕ ਐਲਬਰਟ ਕਾਮੂ ਦੀ ਕਿਤਾਬ ਪਈ ਸੀ, ਜਿਸ 'ਚ ਲਿਖਿਆ ਸੀ ਕਿ ਆਉਣ ਵਾਲੇ ਵਰ੍ਹਿਆਂ 'ਚ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਆਤਮ ਹੱਤਿਆ ਦੀ ਹੋਏਗੀ। ਉਦੋਂ ਨਾ ਇਸ ਗੱਲ ਦੀ ਮੈਨੂੰ ਬਹੁਤੀ ਸਮਝ ਸੀ ਤੇ ਨਾ ਇਸ ਗੱਲ ਨੂੰ ਬਹੁਤਾ ਮੈਂ ਸੋਚਿਆ ਸੀ। ਹਾਂ, ਹੈਮਿੰਗਵੇ ਤੇ ਮਸ਼ੀਮਾ ਜ਼ਰੂਰ ਮੇਰੇ ਮਨ 'ਚੋਂ ਲੰਘੇ ਸਨ, ਜਿਨ੍ਹਾਂ ਨੇ ਏਡੀਆਂ ਵੱਡੀਆਂ ਪ੍ਰਾਪਤੀਆਂ ਤੇ ਇੰਨੀਆਂ ਅਕਲਾਂ ਦੇ ਬਾਵਜੂਦ ਆਪਣੀਆਂ ਜ਼ਿੰਦਗੀਆਂ ਆਪ ਮੁਕਾ ਦਿੱਤੀਆਂ ਸਨ। ਬੇਜੀ ਇੱਕ ਵਾਰੀ ਦੱਸ ਰਹੇ ਸਨ ਕਿ ਪਿਛਲੇ ਵੇਲਿਆਂ 'ਚ ਕਿਸੇ ਨੂੰ ਵੱਡੀ ਤੋਂ ਵੱਡੀ ਸਹੁੰ ਖਵਾਉਣ ਵੇਲੇ ਪਿੱਪਲ ਦਾ ਇੱਕ ਪੱਤਾ ਤੋੜ ਦੇਣ ਲਈ ਆਖਿਆ ਜਾਂਦਾ ਸੀ। ਜੇ ਕਿਸੇ ਤੋਂ ਬਿੱਲੀ ਮਰ ਜਾਏ ਤਾਂ ਉਨੇ ਹੀ ਭਾਰ ਦੀ ਸੋਨੇ ਦੀ ਬਿੱਲੀ ਬਣਵਾ ਕੇ ਪੁੰਨ ਕੀਤੇ ਬਿਨਾਂ ਬਿੱਲੀ ਮਾਰਨ ਦਾ ਪਾਪ ਨਹੀਂ ਸੀ ਉਤਰਦਾ। ਜੇ ਕਿਸੇ ਤੋਂ ਗਊ ਹੱਤਿਆ ਹੋ ਜਾਂਦੀ ਤਾਂ ਉਹਦਾ ਪਾਪ ਉਤਾਰਨ ਲਈ 7 ਜਨਮ ਲੱਗਦੇ ਸਨ ਤੇ ਇੱਕ ਬੰਦੇ ਦਾ ਮਾਰਨਾ 100 ਗਊਆਂ ਦੀ ਹੱਤਿਆ ਦੇ ਬਰਾਬਰ ਗਿਣਿਆ ਜਾਂਦਾ ਸੀ। ਤੇ ਅੱਜ ਕਿਸੇ ਨੂੰ ਮਾਰਨ ਦੀ ਤਾਂ ਗੱਲ ਹੀ ਛੱਡੋ, ਬੰਦੇ ਆਪਣੇ ਆਪ ਨੂੰ ਮਾਰੀ ਜਾ ਰਹੇ ਨੇ ਮੇਰੇ ਵਾਂਗ। ਕਿੱਥੇ ਕੀ ਗਲਤ ਹੋ ਗਿਆ? ਮੈਂ ਤਾਂ ਮਰਨਾ ਨਹੀਂ ਸੀ ਚਾਹੁੰਦਾ। ਮੈਂ ਤਾਂ ਨਹੀਂ ਸੀ ਚਾਹੁੰਦਾ ਮੇਰੇ ਪੁੱਤਰ ਵੀ ਸਾਰੀ ਉਮਰ ਮੇਰੇ ਵਾਂਗ ਹੀ ਆਪਣੇ ਪਿਓ ਨੂੰ ਮਿਸ ਕਰਦੇ ਰਹਿਣ। ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਦਾ ਕਿ ਅਲਕਾ ਨੂੰ ਮੈਂ ਬਘਿਆੜਾਂ 'ਚ ਇਉਂ ਇਕੱਲੀ ਛੱਡ ਜਾਵਾਂ। ਫਿਰ ਵੀ ਮੈਂ ਆਪਣੇ ਗੋਲੀਆਂ ਮਾਰ ਲਈਆਂ। ਉਸ ਘੜੀ ਉਸ ਪਲ ਮੈਂ ਕੁਝ ਵੀ ਸੋਚਿਆ ਕਿਉਂ ਨਾ? ਮੈਂ ਐਡਾ ਬੌਂਦਲ ਕਿਉਂ ਗਿਆ ਸੀ? ਵੱਡੀ ਭੈਣ ਕੁਲਦੀਪ ਬਾਰ-ਬਾਰ ਆਖਦੀ ਸੀ, ਵੀਰੇ ਸਭ ਠੀਕ ਕਰ ਦੇਗਾ, ਰੱਬ ਹੀ ਠੀਕ ਕਰ ਦੇਗਾ। ਮੈਨੂੰ ਕਿਉਂ ਉਹਦੀ ਗੱਲ 'ਤੇ ਇਤਬਾਰ ਨਹੀਂ ਸੀ? ਕਿ ਮੈਨੂੰ ਰੱਬ ਉੱਪਰ ਵੀ ਭਰੋਸਾ ਨਹੀਂ ਸੀ? ਉਸ ਵੇਲੇ ਤਾਂ ਮੈਂ ਇਹ ਵੀ ਭੁੱਲ ਗਿਆ ਕਿ ਬੇਜੀ ਆਖਦੇ ਹੁੰਦੇ ਸੀ ਕਿ ਬੰਦੇ ਨੂੰ ਆਪਣੇ ਕਰਮਾਂ ਦਾ ਰਾਈ ਦਾ ਹਿਸਾਬ ਦੇਣਾ ਪੈਂਦਾ ਹੈ ਤੇ ਉਹਦੀ ਇਹ ਕਰਮ ਗਤੀ ਉਹਦੇ ਅਗਲੇ ਜਨਮਾਂ ਦਾ ਆਧਾਰ ਬਣਦੀ ਹੈ। ਉਹ ਆਖਦੇ ਹੁੰਦੇ ਸੀ ਇਸ ਨੇਮ ਨੂੰ ਕੋਈ ਉਲੰਘ ਨਹੀਂ ਸਕਦਾ। ਜਿਹੜੇ ਪਾਪੀ ਹੋ ਕੇ ਵੀ ਹੁਣ ਸੁਖੀ ਦਿਸਦੇ ਨੇ, ਉਹਨਾਂ ਨੇ ਅਗਲੇ ਜਨਮਾਂ 'ਚ ਪਤਾ ਨਹੀਂ ਕੀ ਤਸੀਹੇ ਸਹਿਣੇ ਨੇ। ਪਰ ਅੱਜ ਕਿਹਨੂੰ ਪਰਵਾਹ ਹੈ ਰੱਬ ਦੇ ਨੇਮਾਂ ਦੀ, ਕਾਨੂੰਨਾਂ ਦੀ? ਮੈਨੂੰ ਯਾਦ ਆ ਰਿਹਾ ਉਦੋਂ ਬੇਜੀ ਮਾਮਾ ਜੀ ਨਾਲ ਆਤਮਾ ਪਰਮਾਤਮਾ ਦੀਆਂ, ਭਜਨ ਬੰਦਗੀ ਦੀਆਂ, ਪੁੰਨਦਾਨ ਦੀਆਂ, ਨੇਕ ਜ਼ਿੰਦਗੀ ਦੀਆਂ, ਦੂਜਿਆਂ ਦੀ ਭਲਾਈ ਦੀਆਂ, ਰੱਬ ਤੇ ਮੌਤ ਨੂੰ ਹਮੇਸ਼ਾ ਯਾਦ ਰੱਖਣ ਦੀਆਂ ਗੱਲਾਂ ਕਰਦੇ ਹੁੰਦੇ ਸੀ। ਪਰ ਹੌਲੀ-ਹੌਲੀ ਲੱਗਦਾ ਸੀ ਇਹ ਸਭ ਗੱਲਾਂ ਦੂਰ ਕਿਧਰੇ ਪਿਛਾਂਹ ਰਹਿ ਗਈਆਂ, ਧੁੰਦਲੀਆਂ ਹੁੰਦੀਆਂ ਦਿਸਣੋਂ ਹੀ ਹਟ ਗਈਆਂ। ਨਹੀਂ ਤਾਂ ਮੇਰਾ ਇਹ ਹਾਲ ਕਿਉਂ ਹੁੰਦਾ? ਥੱਕ ਹਾਰ ਕੇ ਮੈਨੂੰ ਸ਼ਰਾਬ 'ਚ ਹੀ ਪਨਾਹ ਕਿਉਂ ਲੈਣੀ ਪੈਂਦੀ? ਇਹ ਗਲਤ ਗੱਲ ਹੈ ਕਿ ਲੋਕ ਐਸ਼ ਲਈ ਸ਼ਰਾਬ ਪੀਂਦੇ ਨੇ, ਲੋਕ ਖੁਦਗਰਜ਼ੀ ਕਾਰਨ ਸ਼ਰਾਬ ਪੀਂਦੇ ਨੇ, ਲੋਕ ਨਸ਼ੇ ਕਰਕੇ ਸ਼ਰਾਬ ਪੀਂਦੇ ਨੇ, ਲੋਕ ਚੰਗੀ ਲੱਗਣ ਕਰਕੇ ਸ਼ਰਾਬ ਪੀਂਦੇ ਨੇ। ਨਹੀਂ, ਇਹ ਗੱਲ ਠੀਕ ਨਹੀਂ। ਮੈਂ ਆਪਣੇ ਤਜਰਬੇ ਤੋਂ ਦੱਸ ਸਕਦਾ ਕਿ ਲੋਕ ਆਪਣੇ ਆਪ ਨੂੰ ਭੁੱਲ ਜਾਣ ਲਈ ਸ਼ਰਾਬ ਪੀਂਦੇ ਨੇ, ਕੋਈ ਹੋਰ ਬਣ ਕੇ ਜਿਉਣ ਲਈ ਸ਼ਰਾਬ ਪੀਂਦੇ ਨੇ। ਇਸੇ ਲਈ ਸ਼ਰਾਬ ਪੀਣੀ ਉਹਨਾਂ ਨੂੰ ਚੰਗੀ ਲੱਗਦੀ ਹੈ। ਸ਼ਰਾਬ ਪੀ ਕੇ ਉਹਨਾਂ ਨੂੰ ਨਸ਼ਾ ਵੀ ਹੋ ਜਾਂਦਾ ਹੈ। ਤੇ ਤੁਸੀਂ ਆਖੋਗੇ ਮੈਂ ਕੀ ਭੁੱਲਣਾ ਚਾਹੁੰਦਾ ਸੀ? ਮੈਂ ਕਿਉਂ ਭੁੱਲਣਾ ਚਾਹੁੰਦਾ ਸੀ? ਮੈਨੂੰ ਬਾਪੂ ਜੀ ਬਹੁਤ ਯਾਦ ਆਉਂਦੇ ਸੀ। ਹਰ ਰਾਤ ਜਦੋਂ ਮੈਂ ਰੱਜ ਕੇ ਸ਼ਰਾਬ ਨਹੀਂ ਸੀ ਪੀਤੀ ਹੁੰਦੀ, ਨੀਂਦ ਵਿੱਚ ਮੈਂ 6 ਸਾਲ ਦਾ ਦਵਿੰਦਰ ਰੋਂਦਾ ਬਾਪੂ ਜੀ ਨੂੰ ਟੋਲਦਾ, ਹਾਕਾ ਮਾਰਦਾ ਹੀ ਤੁਰਿਆ ਫਿਰਦਾ ਰਹਿੰਦਾ। ਪਿਸਟਲ ਭਰ ਕੇ ਮੈਂ ਨੇੜੇ ਤੇੜੇ ਹੀ ਰੱਖਦਾ। ਮੈਨੂੰ ਲੱਗਦਾ ਪਤਾ ਨਹੀਂ ਕੋਈ ਕਦੋਂ ਮੈਨੂੰ ਆ ਕੇ ਮਾਰ ਦੇਵੇ। ਅਲਕਾ ਬਾਰ-ਬਾਰ ਆਖਦੀ ਸੁਣਾਈ ਦਿੰਦੀ ਕਿ ਤੇਰੀ ਮਾਂ ਬੜੀ ਬੁਰੀ ਔਰਤ ਹੈ, ਸਾਰਾ ਕੁਝ ਧੀਆਂ ਨੂੰ ਦੇਈ ਜਾਂਦੀ ਹੈ, ਘਰ ਦੇ ਸਭ ਕਾਸੇ ਉੱਪਰ ਸੱਪਣੀ ਵਾਂਗ ਕੁੰਡਲੀ ਮਾਰੀ ਬੈਠੀ ਹੈ। ਬੇਜੀ ਨੂੰ ਸੱਪਣੀ ਬਣੀ ਦੇਖ ਮੈਂ ਡਰ ਜਾਂਦਾ। ਹੌਲੀ-ਹੌਲੀ ਮੈਨੂੰ ਬੇਜੀ ਸੱਪਣੀ ਲੱਗਣ ਲੱਗ ਪਏ। ਉਹਨਾਂ ਦੇ ਮਰਨ ਮਗਰੋਂ ਮੈਂ ਆਪਣੇ ਆਪ ਨੂੰ ਬਹੁਤ ਧਿਰਕਾਰਦਾ ਕਿ ਮੈਂ ਉਹਨਾਂ ਦਾ ਖਿਆਲ ਨਹੀਂ ਸੀ ਰੱਖਿਆ। ਉਹ ਫਿਰ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਅਸੀਸਾਂ ਦਿੰਦੇ ਰਹਿੰਦੇ ਸੀ। ਪਰ ਹੁਣ ਤਾਂ ਉਹ ਮਰ ਗਏ। ਹੁਣ ਮੈਂ ਸੋਚਦਾ ਮੈਨੂੰ ਇਹ ਕਿਉਂ ਨਹੀਂ ਸੀ ਖਿਆਲ ਆਇਆ ਕਿ ਉਹ ਇੱਕ ਦਿਨ ਮਰ ਜਾਣਗੇ। ਹੁਣ ਜਦੋਂ ਕਿਸੇ ਬਜ਼ੁਰਗ ਔਰਤ ਨੂੰ ਦੇਖਦਾ ਤਾਂ ਬੇਜੀ ਯਾਦ ਆ ਜਾਂਦੀ। ਅਲਕਾ ਮੇਰੀਆਂ ਭੈਣਾਂ ਨੂੰ ਵੀ ਚੰਗਾ ਨਹੀਂ ਸੀ ਸਮਝਦੀ। ਉਹ ਆਖਦੀ ਸੀ ਤੇਰੀਆਂ ਭੈਣਾਂ ਤਾਂ ਤੇਰੇ 'ਚ ਮੋਰਬਿਡ ਇੰਟਰਸਟ ਹੈ। ਮੈਨੂੰ ਪਤਾ ਨਹੀਂ ਸੀ ਇਹ ਮੋਰਬਿਡ ਇੰਟਰਸਟ ਕਿਹੋ ਜਿਹਾ ਹੁੰਦਾ ਹੈ। ਫਿਰ ਵੀ ਮੈਂ ਆਪਣੀਆਂ ਭੈਣਾਂ ਦੀ ਉੱਕਾ ਪਰਵਾਹ ਕਰਨੀ ਛੱਡਤੀ। ਮੈਂ ਕਿਸੇ ਦੇ ਘਰ ਨਹੀਂ ਸੀ ਜਾਂਦਾ, ਮੈਂ ਕਿਸੇ ਨੂੰ ਖੱਤ ਨਹੀਂ ਸੀ ਪਾਉਂਦਾ, ਮੈਂ ਕਿਸੇ ਦੇ ਖੱਤ ਦਾ ਉੱਤਰ ਨਹੀਂ ਸੀ ਦਿੰਦਾ। ਬਸ ਇੱਕ ਵੱਡੀ ਭੈਣ ਕੁਲਦੀਪ ਸੀ ਜੋ ਆ ਜਾਂਦੀ ਸੀ। ਅਲਕਾ ਦੇ ਰੁੱਖੇ ਜਿਹੇ ਸਲੂਕ ਦੇ ਬਾਵਜੂਦ ਉਹਦੇ ਘਰ ਅਸੀਂ ਵੀ ਕਦੇ-ਕਦੇ ਚਲੇ ਜਾਂਦੇ ਸੀ। ਉਹ ਅਲਕਾ ਦਾ ਵੀ ਬੜਾ ਖਿਆਲ ਰੱਖਦੀ, ਕਿੰਨੀਆਂ ਹੀ ਚੀਜ਼ਾਂ ਦਿੰਦੀ ਰਹਿੰਦੀ। ਪਰ ਅਲਕਾ ਆਖਦੀ ਸਾਡੇ ਘਰ ਦਾ ਖਬਰੇ
ਕਿੰਨਾ ਕੁ ਕੁਛ ਇਹਨੇ ਰੱਖਿਆ ਹੋਇਆ ਹੈ। ਇਹੀ ਤਾਂ ਮੁਖਤਿਆਰਨ ਰਹੀ ਹੈ ਸਾਰੀ ਉਮਰ, ਤਾਈਓ ਚੰਗੀ ਬਣਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਅਤੇ ਹੌਲੀ ਹੌਲੀ ਅਲਕਾ ਦੀਆਂ ਗੱਲਾਂ ਵੀ ਮੈਨੂੰ ਠੀਕ ਲੱਗਣ ਲੱਗ ਪਈਆਂ ਸੀ। ਪਰ ਕਦੇ ਕਦੇ ਮੈਨੂੰ ਮਹਿਸੂਸ ਹੁੰਦਾ ਜਿਵੇਂ ਇੱਕ ਦਰਖਤ ਹਾਂ ਅਤੇ ਅਲਕਾ ਮੇਰੇ ਟਾਹਣੀਆਂ ਕੁਹਾੜੀ ਨਾਲ ਕੱਟੀ ਜਾ ਰਹੀ ਹੈ। ਇਹ ਆਖ ਕੇ ਕਿ ਇਹ ਗਲਤ ਪਾਸੇ ਜਾ ਰਹੇ ਨੇ। ਉਹ ਭਾਵੇਂ ਆਪਣੇ ਜਾਣੇ ਠੀਕ ਕਰ ਰਹੀ ਸੀ, ਪਰ ਕੁਹਾੜੀ ਦੇ ਟੱਕ ਮੇਰੇ ਤਾਂ ਜ਼ਖਮ ਕਰੀ ਜਾ ਰਹੇ ਸੀ, ਅਤੇ ਜ਼ਖਮਾਂ ਦੀ ਤਾਬ ਨਾ ਲਿਆ ਕੇ ਪੀੜ ਨੂੰ ਭੁੱਲਣ ਲਈ ਮੈਂ ਸ਼ਰਾਬ ਪੀਣ ਲੱਗ ਪਿਆ ਸੀ। ਉਹ ਆਖਦੀ ਸੀ ਮੇਰੇ ਦੋਸਤ, ਮੇਰੇ ਕੁਲੀਗ, ਮੇਰੇ ਅਫਸਰ ਸਭ ਕੁੱਤੇ ਕਮੀਨੇ ਸਨ। ਉਸ ਵੱਲ ਅੱਖਾਂ ਫੜ ਫੜ ਕੇ ਵੇਖਦੇ ਰਹਿੰਦੇ ਸੀ। ਆਨੀ ਬਹਾਨੀ ਸਾਡੇ ਘਰ ਆਉਂਦੇ ਸੀ। ਮੈਂ ਸਾਰਿਆਂ ਨਾਲੋਂ ਸੰਬੰਧ ਤੋੜ ਲਏ, ਬਹੁਤ ਇਕੱਲਾ ਹੋ ਗਿਆ। ਇਸੇ ਲਈ ਅਲਕਾ ਬਹੁਤ ਜ਼ਰੂਰੀ ਹੋ ਗਈ, ਸ਼ਰਾਬ ਬਹੁਤ ਜ਼ਰੂਰੀ ਹੋ ਗਈ। ਇਹਨਾਂ ਗੱਲਾਂ ਬਾਰੇ ਹੁਣ ਸਮਝ ਆਉਂਦੀ ਹੈ, ਉਦੋਂ ਨਹੀਂ ਸੀ ਆਉਂਦੀ। ਅਲਕਾ ਖਿੱਚਦੀ ਸੀ ਕਿ ਮੈਂ ਬਹੁਤ ਸ਼ਰਾਬ ਪੀਣ ਲੱਗ ਪਿਆ, ਪਰ ਮੈਨੂੰ ਲੱਗਦਾ ਸੀ ਸ਼ਰਾਬ ਨਹੀਂ ਪੀਆਂਗਾ ਤਾਂ ਮੈਂ ਜੀ ਨਹੀਂ ਸਕਾਂਗਾ। ਮੈਂ ਜਿਵੇਂ ਦੂਰ ਪਹਾੜ ਦੀ ਟੀਸੀ ਤੋਂ ਤਿਲਕ ਗਿਆ ਸੀ ਅਤੇ ਹੇਠਾਂ ਹੀ ਹੇਠਾਂ ਰੁੜਦਾ ਜਾ ਰਿਹਾ ਸੀ। ਕਿਧਰੇ ਹੱਥ ਨਹੀਂ ਸੀ ਪੈ ਰਿਹਾ, ਪੈਰ ਨਹੀਂ ਸੀ ਅੜਕ ਰਿਹਾ, ਅਤੇ ਇੱਕ ਅਲਕਾ ਹੈ ਕਿ ਲੜੀ ਜਾ ਰਹੀ ਹੈ, ਲੜੀ ਜਾ ਰਹੀ ਹੈ। ਭੈਣ ਜੀ ਮੈਨੂੰ ਬਚਾ ਲਓ, ਮੈਂ ਰੋ ਕੇ ਆਖਦਾ। ਛੋਟੇ ਹੁੰਦੇ ਨੂੰ ਉਹੀ ਬਚਾਉਂਦੇ ਹੁੰਦੇ ਸੀ ਹਰ ਥਾਂ ਤੋਂ। ਇੱਕ ਵਾਰੀ ਸਕੂਲ ਦਾ ਇੱਕ ਮਾਸਟਰ ਮੇਰੇ ਬੜਾ ਮਗਰ ਪੈ ਗਿਆ ਸੀ। ਕਿਸੇ ਨੇ ਉਹਦੀ ਕੁਰਸੀ ਦੀ ਟੰਗ ਤੋੜ ਕੇ ਮਲਕ ਦੇ ਕੇ ਜੋੜ ਕੇ ਰੱਖ ਦਿੱਤੀ ਸੀ, ਅਤੇ ਉਹ ਬੈਠਣ ਲੱਗਿਆ ਡਿੱਗ ਪਿਆ ਸੀ। ਇਹ ਸਭ ਮੈਂ ਨਹੀਂ ਸੀ ਕੀਤਾ, ਪਰ ਉਹਦਾ ਖਿਆਲ ਸੀ ਮੈਂ ਹੀ ਕੀਤਾ ਹੈ। ਆਨੀ ਬਹਾਨੀ ਉਹ ਮੈਨੂੰ ਮਾਰਦਾ ਰਹਿੰਦਾ। ਕਿੰਨੇ ਦਿਨਾਂ ਮਗਰੋਂ ਸੁਖਵੀਰ ਨੇ ਭੈਣ ਜੀ ਨੂੰ ਦੱਸਿਆ ਸੀ ਕਿ ਉਹ ਸਕੂਲ ਜਾ ਕੇ ਉਸ ਮਾਸਟਰ ਨੂੰ ਹਰਖ ਕੇ ਪਏ ਸੀ, ਤਾਂ ਜਾ ਕੇ ਉਹ ਮਾਰਨੋਂ ਹਟਿਆ ਸੀ। ਅਤੇ ਇੱਕ ਵਾਰੀ ਕਾਲਜ 'ਚ ਵੀ 2 ਗਰੁੱਪਾਂ 'ਚ ਲੜਾਈ ਹੋਈ ਸੀ। ਦੋਵੇਂ ਪਾਸੇ ਡਾਂਗਾਂ, ਸੋਟੀਆਂ, ਤਲਵਾਰਾਂ ਲੈ ਕੇ ਆਏ ਹੋਏ ਸੀ। ਪਤਾ ਨਹੀਂ ਉਸ ਦਿਨ ਕੀ ਹੋ ਜਾਂਦਾ ਹੈ। ਭੈਣ ਜੀ ਨੂੰ ਪਤਾ ਲੱਗ ਗਿਆ। ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਆਈ ਤਾਂ ਮੁੰਡੇ ਡਰ ਕੇ ਭੱਜ ਗਏ। ਮਗਰੋਂ ਸਪੋਰਟਸ ਵਾਲੇ ਸਰ ਨੇ ਕੰਪਰੋਮਾਈਜ਼ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਜਦੋਂ ਕਰਨਲ ਕੁਮਾਰ ਨਾਲ ਮੇਰਾ ਝਗੜਾ ਹੋਇਆ ਸੀ ਤਾਂ ਵੀ ਭੈਣ ਜੀ ਚੀਫ ਨੂੰ ਮਿਲੇ। ਭੈਣ ਜੀ ਨੇ ਪ੍ਰੈਸ ਵਾਲਿਆਂ ਨੂੰ ਕਿਹਾ, ਭੈਣ ਜੀ ਨੇ ਵਕੀਲ ਤਿਆਰ ਕੀਤਾ। ਇਸੇ ਲਈ ਫੌਜ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਸੀ ਕਿ ਸੀਨੀਅਰ ਅਫਸਰ ਨੂੰ ਸਜ਼ਾ ਮਿਲੀ ਸੀ ਅਤੇ ਜੂਨੀਅਰ ਅਫਸਰ ਸਾਫ਼ ਬਰੀ ਹੋ ਗਿਆ ਸੀ। ਪਰ ਹੁਣ ਭੈਣ ਜੀ ਜਿਵੇਂ ਥੱਕ ਗਏ ਸਨ। ਉਹ ਫਿਕਰ ਤਾਂ ਮੇਰਾ ਬਹੁਤ ਕਰਦੇ ਸਨ, ਝੱਟ ਹੀ ਰੋ ਵੀ ਪੈਂਦੇ ਸਨ, ਪਰ ਇਹੀ ਆਖਦੇ ਰੱਬ ਸਭ ਕੁਝ ਠੀਕ ਕਰ ਦਊਗਾ। ਸ਼ਾਇਦ ਉਹ ਜਾਣਦੇ ਸੀ ਕਿ ਅਲਕਾ ਨੂੰ ਮੈਂ ਛੱਡ ਨਹੀਂ ਸਕਦਾ, ਅਤੇ ਅਲਕਾ ਮੇਰੇ ਲਈ ਕੇਲੇ ਮੁੱਢ ਕਰੀਰ ਬਣ ਗਈ ਸੀ। ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹ ਕਿਵੇਂ ਸੋਚ ਲਿਆ ਸੀ ਕਿ ਮੌਤ ਹੀ ਸਭ ਗੱਲਾਂ ਦਾ ਇਲਾਜ ਹੈ। ਸ਼ਾਇਦ ਮੈਂ ਬਹੁਤ ਉਲਝ ਗਿਆ ਸੀ, ਮੈਂ ਬਹੁਤ ਘਬਰਾ ਗਿਆ ਸੀ, ਬਹੁਤ ਥੱਕ ਗਿਆ ਸੀ, ਅਤੇ ਮੇਰੇ ਕੋਲੋਂ ਕੁਝ ਵੀ ਸੋਚਿਆ ਨਹੀਂ ਸੀ ਜਾ ਰਿਹਾ। ਮੈਂ ਚਾਹੁੰਦਾ ਸੀ ਕੁਛ ਵੀ ਨਾ ਸੋਚਾਂ, ਕੁਛ ਵੀ ਮਹਿਸੂਸ ਨਾ ਹੋਵੇ, ਪਰ ਇੱਕ ਦਿਲ ਸੀ ਕਿ ਅਜੇ ਵੀ ਧੜਕੀ ਜਾ ਰਿਹਾ ਸੀ। ਦਿਮਾਗ ਸੀ ਕਿ ਸੋਚਣੋਂ ਹਟ ਹੀ ਨਹੀਂ ਸੀ ਰਿਹਾ। ਚਾਰੇ ਪਾਸੇ ਹਨੇਰਾ ਹੋ ਰਿਹਾ ਸੀ, ਦਮ ਘੁੱਟ ਰਿਹਾ ਸੀ। ਅਜਿਹੀ ਕਿਸੇ ਘੜੀ ਮੇਰਾ ਹੱਥ ਪਿਸਟਲ ਤੱਕ ਚਲਾ ਗਿਆ। ਅਜਿਹੀ ਕਿਸੇ ਘੜੀ ਮੈਂ ਪਿਸਟਲ ਕੱਢ ਕੇ ਆਪਣੇ ਗੋਲੀਆਂ ਮਾਰੀਆਂ ਸੀ। ਗੋਲੀਆਂ ਚੀਰਦੀਆਂ ਲੰਘੀਆਂ ਸੀ। ਘੁੰਮਣ ਘੇਰੀ ਜਿਹੀ 'ਚ ਮੈਂ ਥੱਲੇ ਹੀ ਥੱਲੇ ਲਹਿੰਦਾ ਜਾ ਰਿਹਾ ਸੀ, ਅਤੇ ਫਿਰ ਸੁੰਨ ਸਾਂ ਹੋ ਗਈ ਸੀ। ਇਹ ਤੋਂ ਮਗਰੋਂ ਆਪਣੀ ਦੇਹ ਨੂੰ ਮੈਂ ਕੋਲ ਹੀ ਖੜਾ ਵੇਖ ਰਿਹਾ ਸੀ। ਮੈਂ ਜੋ ਕਰਨਲ ਦਵਿੰਦਰ ਹੁੰਦਾ ਸੀ ਤੇ ਹੈ 'ਚ ਸਿਰਫ ਇੱਕ ਸਾਹ ਦਾ ਹੀ ਫਰਕ ਤਾਂ ਹੈ। ਮੈਨੂੰ ਬਸ ਇਹੀ ਫਿਕਰ ਸੀ ਮੇਰੀ ਵੱਡੀ ਭੈਣ ਜਦੋਂ ਮੈਨੂੰ ਇਸ ਹਾਲਤ 'ਚ ਦੇਖੇਗੀ ਤਾਂ ਮੇਰੇ ਭੋਗ ਵਾਲੇ ਦਿਨ ਮੇਰੀ ਪਲਟਨ ਦੇ ਵੀ ਕੁਝ ਬੰਦੇ CEO ਸਮੇਤ ਆਏ ਸਨ। ਮੇਰੇ ਡਰਾਈਵਰ ਨਿਰਮਲ ਅਤੇ ਮੇਰੇ ਬੈਟਮੈਨ ਗੁਰਦਿਆਲ ਨੂੰ ਨਾਲ ਲੈ ਕੇ ਆਉਣਾ ਉਹਨਾਂ ਨੇ ਜ਼ਰੂਰੀ ਨਹੀਂ ਸੀ ਸਮਝਿਆ, ਪਰ ਉਹ ਦੋਵੇਂ ਛੁੱਟੀ ਲੈ ਕੇ ਬੱਸ ਚੜ੍ਹ ਕੇ ਆ ਗਏ ਸੀ। ਨਿਰਮਲ ਤਾਂ ਰੋਂਦਾ ਵੀ ਬੜਾ ਸੀ। ਇਹ ਲੋਕ ਹੌਲੀ ਹੌਲੀ ਤੁਹਾਡੇ ਘਰ ਦੇ ਜੀਅ ਤਾਂ ਬਣ ਜਾਂਦੇ ਨੇ। ਅਤੇ ਜਦੋਂ ਕਰਨਲ ਕੁਮਾਰ ਨਾਲ ਮੇਰਾ ਝਗੜਾ ਹੋਇਆ ਸੀ ਉਦੋਂ ਜੋਗਿੰਦਰ ਮੇਰਾ ਬੈਟਮੈਨ ਹੁੰਦਾ ਸੀ। ਕਰਨਲ ਕੁਮਾਰ ਨੇ ਬਥੇਰੇ ਲਾਲਚ, ਬਥੇਰੀਆਂ ਧਮਕੀਆਂ ਦਿੱਤੀਆਂ ਸੀ, ਪਰ ਜੋਗਿੰਦਰ ਮੈਨੂੰ ਛੱਡ ਕੇ ਉਹਦੇ ਨਾਲ ਨਹੀਂ ਸੀ ਰਲਿਆ, ਅਤੇ ਮਗਰੋਂ ਉਹਦੀ ਪੈਨਸ਼ਨ ਹੋ ਗਈ ਸੀ। ਸਿਪਾਹੀਆਂ ਦੀ ਪੈਨਸ਼ਨ 20 ਸਾਲ ਦੀ ਨੌਕਰੀ ਮਗਰੋਂ ਹੀ ਹੋ ਜਾਂਦੀ ਹੈ। ਅਲਕਾ ਨੇ ਅਰਵਿੰਦ ਅਤੇ ਅੰਗਦ ਦੀਆਂ ਕਿੰਨੀਆਂ ਚੀਜ਼ਾਂ ਉਹਦੇ ਬੱਚਿਆਂ ਲਈ ਦਿੱਤੀਆਂ ਸਨ। ਜਾਣ ਵੇਲੇ ਉਹਨੇ ਅੱਖਾਂ ਭਰ ਲਈਆਂ ਸਨ। ਉਹਨੂੰ ਸ਼ਾਇਦ ਮੇਰੇ ਮਰਨ ਦਾ ਪਤਾ ਨਹੀਂ ਲੱਗਿਆ, ਨਹੀਂ ਤਾਂ ਜ਼ਰੂਰ ਆਉਂਦਾ। ਉਹਨੇ ਬਹੁਤ ਰੋਣਾ ਸੀ। ਨਿਰਮਲ ਵੀ ਰੋਂਦਾ, ਮੇਰੇ ਕੋਲੋਂ ਝੱਲਿਆ ਨਹੀਂ ਸੀ ਜਾਂਦਾ। ਉਹ ਆਖ ਰਿਹਾ ਸੀ ਇੰਨਾ ਚੰਗਾ ਮੇਰਾ ਸਾਹਿਬ ਰੱਬ ਨੇ ਕੀ ਕਰ ਦਿੱਤਾ, ਅਤੇ ਮੈਂ ਉਹਨੂੰ ਚੁੱਪ ਕਰਵਾਉਣਾ ਚਾਹੁੰਦਾ ਸੀ, ਪਰ ਕਿਵੇਂ ਕਰਵਾਉਂਦਾ। ਮੈਂ ਉਹਦੇ ਕੋਲ ਹੀ ਤਾਂ ਖੜਾ ਸੀ, ਪਰ ਉਹਨੂੰ ਦਿਸ ਨਹੀਂ ਸੀ ਰਿਹਾ। ਭੋਗ ਤੋਂ ਮਗਰੋਂ CEO ਵੀ ਬੋਲਿਆ ਅਤੇ ਆਖਣ ਲੱਗਿਆ ਸਾਡੀ ਫੌਜ ਲਈ ਕਰਨਲ ਦਵਿੰਦਰ ਦਾ ਜਾਣਾ ਬੜਾ ਵੱਡਾ ਘਾਟਾ ਹੈ। ਐਡਾ ਮਿਹਨਤੀ, ਐਡਾ ਇਮਾਨਦਾਰ, ਐਡਾ ਲਾਇਕ ਅਫਸਰ ਸਾਡੇ ਕੋਲ ਚਲਾ ਗਿਆ, ਸਾਨੂੰ ਬਹੁਤ ਦੁੱਖ ਹੈ। ਅਸੀਂ ਪਰਿਵਾਰ ਲਈ, ਬੱਚਿਆਂ ਲਈ ਇਹ ਘਾਟਾ ਤਾਂ ਪੂਰਾ ਨਹੀਂ ਕਰ ਸਕਦੇ। ਉਂਝ ਹਰ ਦੁੱਖ ਸੁੱਖ 'ਚ ਉਹਨਾਂ ਦੇ ਨਾਲ ਹਾਂ। ਅਤੇ ਮੈਨੂੰ ਲੱਗਿਆ ਕਰਨਲ ਰਸਮੀ ਜਿਹੀਆਂ ਗੱਲਾਂ ਕਰ ਰਿਹਾ। ਮੈਨੂੰ ਮਿਹਨਤੀ, ਇਮਾਨਦਾਰ ਅਤੇ ਲਾਇਕ ਅਫਸਰ ਆਖ ਰਿਹਾ,
ਕੁਛ ਹੀ ਦਿਨ ਹੋਏ ਨੇ ਜਦੋਂ ਜਨਰਲ ਦੇ ਆਉਣ ਉੱਪਰ ਕਿਸੇ ਵੱਡੇ ਹੋਟਲ 'ਚ ਪ੍ਰਬੰਧ ਕਰਨ ਲਈ ਸਾਰੇ ਅਫਸਰਾਂ 'ਤੇ ਕੰਟਰੀਬਿਊਸ਼ਨ ਲੈ ਰਿਹਾ ਸੀ ਤਾਂ ਆਖ ਰਿਹਾ ਸੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਕਮਾਓ ਵੀ ਅਤੇ ਖਵਾਓ ਵੀ, ਤੋਂ ਬਿਨਾਂ ਕੰਮ ਨਹੀਂ ਚੱਲਦਾ। ਮੈਂ ਸਾਰੀ ਉਮਰ ਕਿਤੋਂ ਵੀ ਪੈਸੇ ਖਾਧੇ ਨਹੀਂ, ਨਾ ਰਾਸ਼ਨ ਵਿੱਚੋਂ, ਨਾ ਰੰਮ ਵਿੱਚੋਂ, ਨਾ ਵਰਦੀਆਂ ਵਿੱਚੋਂ। ਮੈਨੂੰ ਲੱਗਦਾ ਸੀ ਜੇ ਹੇਰਾ ਫੇਰੀ ਨਾਲ ਮੈਂ ਬਹੁਤ ਕੁਝ ਵੀ ਕਮਾ ਲੈਂਦਾ ਤਾਂ ਉਹ ਸਾਰੀ ਕਮਾਈ ਜੋ ਮੇਰੇ ਘਰ ਦੋਵਾਂ ਪੁੱਤਰਾਂ ਦੀ ਥਾਂ 2 ਧੀਆਂ ਪੈਦਾ ਹੋ ਜਾਂਦੀਆਂ ਪੱਧਰ ਹੋ ਜਾਣੀ ਸੀ। ਕੁਦਰਤ ਨੇ ਤਾਂ ਆਪਣਾ ਹਿਸਾਬ ਕਿਤਾਬ ਬਰਾਬਰ ਰੱਖਣਾ ਹੁੰਦਾ ਹੈ। ਇਹ ਠੀਕ ਹੈ ਕਿ ਜ਼ਿੰਦਗੀ 'ਚ ਮੈਂ ਨਿੱਕੀਆਂ ਨਿੱਕੀਆਂ ਕਫਾਇਤਾਂ ਕਰਦਾ ਰਹਿੰਦਾ ਸੀ, ਜਿਵੇਂ ਹਫ਼ਤੇ ਭਰ ਦੀ ਸਬਜ਼ੀ ਅਤੇ ਫਰੂਟ ਮੰਡੀ 'ਚੋਂ ਸਸਤੇ ਲੈ ਆਉਣੇ, ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਥੋਕ ਦੀ ਦੁਕਾਨ ਤੋਂ ਲੈ ਆਉਣੀਆਂ, ਏਡੀਆਂ ਮਹਿੰਗੀਆਂ ਕੋਲਡ ਡਰਿੰਕਸ ਖਰੀਦਣ ਦੀ ਥਾਂ ਸੋਡਾ ਬਣਾਉਣ ਵਾਲੀ ਮਸ਼ੀਨ ਹੀ ਖਰੀਦ ਲਈ ਸੀ। ਇਉਂ 6 ਰੁਪਏ ਦੀ ਬੋਤਲ 8 ਆਨੇ 'ਚ ਤਿਆਰ ਹੋ ਜਾਂਦੀ ਸੀ ਅਤੇ ਬੂਟ ਬਣਾਉਣ ਲਈ ਇੱਕ ਚੰਗਾ ਜਿਹਾ ਕਾਰੀਗਰ ਲੱਭ ਲਿਆ ਸੀ ਜਿਹੜਾ ਸਾਡੇ ਸਾਰੇ ਟੱਬਰ ਦੇ ਬੂਟ ਵਧੀਆ ਹੀ ਬਣਾਉਂਦਾ ਸੀ ਅਤੇ ਸਸਤੇ ਵੀ। ਅਤੇ ਲਸਣ ਪਿਆਜ਼ ਅਤੇ ਸਬਜ਼ੀਆਂ ਮੈਂ ਅਰਦਲੀ ਦੇ ਨਾਲ ਲੱਗ ਕੇ ਬੰਗਲੇ ਦੀ ਬਗੀਚੀ 'ਚ ਬਥੇਰੀਆਂ ਕੱਢ ਲੈਂਦਾ ਸੀ। ਕਾਰ, ਮੋਟਰਸਾਈਕਲ, ਸਕੂਟਰਾਂ ਦੇ ਪੁਰਜੇ ਦੀ ਮੈਨੂੰ ਵਾਕਫੀਅਤ ਸੀ, ਜਿਸ ਕਰਕੇ ਮੁਰੰਮਤ ਵਾਲਾ ਕਦੇ ਹੇਰਾ ਫੇਰੀ ਨਹੀਂ ਸੀ ਕਰ ਸਕਦਾ। ਦੋਵਾਂ ਬੱਚਿਆਂ ਦੇ ਬੈਂਕ ਅਕਾਊਂਟ ਖੁਲਵਾ ਦਿੱਤੇ ਸਨ, ਜਿੱਥੇ ਉਹ ਪਾਕਟ ਮਨੀ 'ਚੋਂ ਬਚਦੇ ਪੈਸੇ ਜਮ੍ਹਾਂ ਕਰਵਾ ਸਕਦੇ ਸਨ। ਇਉਂ ਉਹਨਾਂ ਨੂੰ ਕਫਾਇਤ ਦੀ ਆਦਤ ਪੈ ਗਈ ਸੀ। ਉੱਪਰਲੇ ਅਫਸਰਾਂ ਨੂੰ ਆਨੀ ਬਹਾਨੀ ਮਹਿੰਗੇ ਗਿਫਟਸ ਦੇਣੇ ਮੈਨੂੰ ਚੰਗੇ ਨਹੀਂ ਸੀ ਲੱਗਦੇ। ਲੋਕ ਤਾਂ ਹਰ ਤਿਉਹਾਰ ਉੱਪਰ ਅਤੇ ਦੀਵਾਲੀ ਉੱਪਰ ਖਾਸ ਕਰ ਚੰਗੇ ਬਣਨ ਦੇ ਮਾਰੇ ਜਾਂ ਆਖੋ ਫਾਇਦੇ ਲੈਣ ਦੇ ਮਾਰੇ ਅਫਸਰਾਂ ਨੂੰ ਮਠਿਆਈ, ਫਰੂਟਸ ਅਤੇ ਨਾਲ ਪੈਨ, ਘੜੀਆਂ, ਸਿਲਕੀ ਸਾੜੀਆਂ, ਪਸ਼ਮੀਨੇ ਦੇ ਸ਼ਾਲ ਤੱਕ ਦੇਣ ਚਲੇ ਜਾਂਦੇ। ਪਰ ਮੈਂ ਇੱਕ ਮਠਿਆਈ ਦਾ ਡੱਬਾ ਅਤੇ ਇੱਕ ਅਲਕਾ ਦਾ ਆਪ ਬਣਾਇਆ ਕਾਰਡ ਹੀ ਭੇਜਦਾ ਸੀ। ਮੇਰਾ ਮਤਲਬ ਸੀ ਮਹਿੰਗੇ ਗਿਫਟ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਅਗਲੇ ਦਾ ਵੱਧ ਰਿਗਾਰਡ ਕਰਦੇ ਹੋ। ਪਰ ਅਫਸਰ ਸਨ ਕਿ ਮਹਿੰਗੇ ਗਿਫਟਸ ਨਾਲ ਵਧੇਰੇ ਖੁਸ਼ ਹੁੰਦੇ ਸਨ ਅਤੇ ਮੈਨੂੰ ਇਹ ਗੱਲ ਮਾੜੀ ਲੱਗਦੀ ਸੀ। ਮੈਂ ਆਪਣੇ ਡਰਾਈਵਰ ਅਤੇ ਬੈਟਮੈਨ ਤੋਂ ਕਦੇ ਕੁਛ ਨਹੀਂ ਸੀ ਲੈਂਦਾ, ਸਗੋਂ ਉਲਟਾ ਉਹਨਾਂ ਨੂੰ ਕੁਛ ਨਾ ਕੁਛ ਲੈ ਦਿੰਦਾ ਕਿ ਤੁਸੀਂ ਵੀ ਤਾਂ ਅੰਗਦ ਅਤੇ ਅਰਵਿੰਦ ਵਰਗੇ ਹੀ ਹੋ। ਲੋਕਾਂ ਦਾ ਕੀ ਹੈ, ਲੋਕ ਤਾਂ ਆਪਣੇ ਫਾਇਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ। ਇਹ ਕੋਈ ਬਾਈ ਚਾਂਸ ਨਹੀਂ ਕਿ ਤਰੱਕੀਆਂ ਸਿਰਫ ਉਹਨਾਂ ਹੀ ਅਫਸਰਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਵਹੁਟੀਆਂ ਵੱਧ ਸੋਹਣੀਆਂ ਵੀ ਨੇ ਅਤੇ ਕਲੱਬਾਂ 'ਚ ਬੈਠ ਕੇ ਸ਼ਰਾਬਾਂ ਵੀ ਪੀਂਦੀਆਂ ਨੇ। ਮੇਰੇ ਕਰਨਲ ਕੁਮਾਰ ਨਾਲ ਝਗੜੇ ਦਾ ਵੱਡਾ ਕਾਰਨ ਇਹ ਸੀ ਕਿ ਜਦੋਂ ਕਿਧਰੇ ਡਿਊਟੀ 'ਤੇ ਗਿਆ ਹੁੰਦਾ ਤਾਂ ਅਲਕਾ ਇਕੱਲੀ ਪਾਰਟੀਆਂ ਉੱਪਰ ਨਹੀਂ ਸੀ ਜਾਂਦੀ। ਉਦੋਂ ਮੈਂ ਤਾਂ ਇਹ ਸੋਚਦਾ ਸੀ ਕਿ ਅੰਗਦ ਅਤੇ ਅਰਵਿੰਦ ਲਈ ਜਿਹੜੀਆਂ ਕੁੜੀਆਂ ਚੁਣਾਂਗੇ ਉਹ ਜ਼ਰੂਰੀ ਨਹੀਂ ਕਿ ਆਪਣੀ ਸੱਸ ਵਰਗੀਆਂ ਸੋਹਣੀਆਂ ਹੋਣ। ਅਲਕਾ ਜੇ ਘੱਟ ਸੋਹਣੀ ਹੁੰਦੀ ਜ਼ਿਆਦਾ ਚੰਗਾ ਹੋਣਾ ਸੀ। ਅਤੇ ਜੇ ਮੈਂ ਤੁਹਾਨੂੰ ਸੱਚੋ ਸੱਚ ਦੱਸਾਂ ਤਾਂ ਸੁਹੱਪਣ ਤਾਂ ਨਿਰੀ 2-4 ਮਹੀਨੇ ਦੀ ਗੱਲ ਹੁੰਦੀ ਹੈ, ਉਹ ਵੀ ਸ਼ੁਰੂ ਦੀ। ਮਗਰੋਂ ਕਿਸੇ ਨੂੰ ਯਾਦ ਨਹੀਂ ਰਹਿੰਦਾ ਕਿ ਤੁਹਾਡਾ ਰੰਗ ਜ਼ਰਾ ਵੱਧ ਚਿੱਟਾ ਹੈ ਜਾਂ ਜ਼ਰਾ ਘੱਟ ਚਿੱਟਾ ਹੈ, ਤੁਹਾਡੀਆਂ ਅੱਖਾਂ ਜ਼ਰਾ ਵੱਧ ਮੋਟੀਆਂ ਨੇ ਕਿ ਜ਼ਰਾ ਘੱਟ ਮੋਟੀਆਂ ਨੇ, ਤੁਹਾਡਾ ਕੱਦ 5 ਫੁੱਟ 6 ਇੰਚ ਹੈ ਕਿ 5 ਫੁੱਟ 5 ਇੰਚ ਹੈ। ਮਗਰੋਂ ਤਾਂ ਤੁਹਾਡੀ ਟੋਟਲ ਪਰਸਨੈਲਿਟੀ ਦਾ ਜੋ ਪ੍ਰਭਾਵ ਬਣਦਾ ਉਹੀ ਮੈਟਰ ਕਰਦਾ ਹੈ। ਪਿਕਾਸੋ ਨੇ ਇੱਕ ਫੁੱਲ ਬਣਾਇਆ, ਫੁੱਲ ਦੀਆਂ ਪੱਤੀਆਂ ਬਣਾਈਆਂ, ਟਾਹਣੀ ਬਣਾਈ ਜਿਸ ਉੱਪਰ ਫੁੱਲ ਲੱਗਿਆ ਹੋਇਆ ਸੀ, ਉਹਦੇ ਹੇਠਾਂ ਲਿਖ ਦਿੱਤਾ ਮਾਈ ਵਾਈਫ। ਲੋਕ ਹੈਰਾਨ ਸਨ ਕਿ ਕਿਸੇ ਔਰਤ ਦੀ ਸ਼ਕਲ ਤਾਂ ਹੈ ਨਹੀਂ। ਪਿਕਾਸੋ ਤੋਂ ਪੁੱਛਿਆ ਗਿਆ, ਉਹਨੇ ਦੱਸਿਆ ਕਿ ਮੇਰੀ ਔਰਤ ਦਾ ਮੇਰੇ ਮਨ ਉੱਪਰ ਜੋ ਪ੍ਰਭਾਵ ਹੈ ਉਹ ਉਸੇ ਪ੍ਰਭਾਵ ਦੀ ਤਸਵੀਰ ਹੈ। ਅਸੀਂ ਕਿੱਡੇ ਮੂਰਖ ਹੁੰਦੇ ਹਾਂ ਜਦੋਂ ਨਿਰੀ ਸ਼ਕਲਾਂ ਦੀ ਗੱਲ ਕਰਦੇ ਹਾਂ। ਅਲਕਾ ਦੀ ਸ਼ਕਲ ਬਹੁਤ ਸੋਹਣੀ ਹੈ, ਰਾਣੀਆਂ ਵਰਗੀ। ਗ੍ਰੀਕ ਡਰਾਮੇ 'ਚ ਇੱਕ ਔਰਤ ਆਉਂਦੀ ਹੈ ਜਿਹੜੀ ਆਪਣੇ ਪਤੀ ਨੂੰ ਦੁਖੀ ਕਰਨ ਲਈ ਉਹਦੇ ਬੱਚੇ ਰਿੰਨ੍ਹ ਕੇ ਉਸੇ ਨੂੰ ਖਵਾ ਦਿੰਦੀ ਹੈ। ਜਦੋਂ ਮੈਂ ਡਰਾਮਾ ਪੜ੍ਹਿਆ ਸੀ ਤਾਂ ਲੱਗਦਾ ਸੀ ਇਹ ਨਹੀਂ ਹੋ ਸਕਦਾ, ਪਰ ਹੁਣ ਲੱਗਦਾ ਇਹ ਹੋ ਸਕਦਾ। ਹਾਂ, ਮੈਂ ਗੱਲ ਕਰ ਰਿਹਾ ਸੀ ਕਿ ਭੋਗ ਵਾਲੇ ਦਿਨ ਕਰਨਲ ਆਖ ਰਿਹਾ ਸੀ ਕਿ ਫੌਜ ਲਈ ਇੱਕ ਬੜਾ ਵੱਡਾ ਘਾਟਾ ਸੀ ਕਿ ਅਸੀਂ ਇੱਕ ਇਮਾਨਦਾਰ, ਮਿਹਨਤੀ, ਲਾਇਕ ਅਫਸਰ ਗੁਮਾ ਦਿੱਤਾ। ਪਰ ਮੈਂ ਸੱਚ ਦੱਸਾਂ, ਇਹ ਸਭ ਆਖਣ ਦੀਆਂ ਗੱਲਾਂ ਨੇ। ਇਮਾਨਦਾਰ, ਮਿਹਨਤੀ ਅਤੇ ਲਾਇਕ ਅਫਸਰਾਂ ਦੀ ਅੱਜ ਕੱਲ੍ਹ ਕਿਹਨੂੰ ਪਰਵਾਹ ਹੈ? ਡੱਫਰ, ਕੰਮਚੋਰ ਅਤੇ ਬੇਈਮਾਨ ਅਫਸਰ ਮੇਰੇ ਨਾਲੋਂ ਪਹਿਲਾਂ ਤਰੱਕੀਆਂ ਲੈ ਗਏ। ਕੋਈ ਇਹ ਨਹੀਂ ਦੇਖਦਾ ਕਿ ਜੋ ਤੁਸੀਂ ਪ੍ਰਾਪਤ ਕੀਤਾ ਕਿਵੇਂ ਕੀਤਾ, ਸਭ ਇਹੀ ਵੇਖਦੇ ਹੈ ਤੁਸੀਂ ਕੀ ਪ੍ਰਾਪਤ ਕੀਤਾ ਹੈ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਜਦੋਂ ਇਉਂ ਜੂਨੀਅਰ ਤੋਂ ਸੀਨੀਅਰ ਬਣੇ ਅਫਸਰ ਨੂੰ ਤੁਹਾਨੂੰ ਸਲੂਟ ਮਾਰਨਾ ਪੈਂਦਾ ਹੈ। ਕਈ ਵਾਰੀ ਮਨ ਹੋਇਆ ਦਫਾ ਕਰੋ ਅਜਿਹੀ ਨੌਕਰੀ, ਪਰ ਅਲਕਾ ਆਖਦੀ ਏਡੇ ਧਰਮ ਪੁੱਤਰ ਬਣਨ ਦੀ ਕੀ ਲੋੜ ਹੈ, ਤੁਸੀਂ ਦੁਨੀਆ ਦੇ ਨਾਲ ਦੁਨੀਆ ਵਰਗੇ ਹੋ ਕੇ ਚੱਲੋ। ਪਰ ਮੈਨੂੰ ਲੱਗਦਾ ਜੇ ਮੇਰਾ ਇੱਕ ਵੀ ਬੱਚਾ ਨਲਾਇਕ ਨਿਕਲ ਗਿਆ, ਕੀ ਕਰਾਂਗਾ ਝੂਠੀਆਂ ਕਮਾਈਆਂ ਕਰਕੇ। ਵੱਡੀ ਭੈਣ ਕੁਲਦੀਪ ਜਦੋਂ ਮੈਨੂੰ ਜ਼ਿਆਦਾ ਤੰਗ ਦੇਖਦੀ ਤਾਂ ਆਖ ਦਿੰਦੀ, ਬੇਸ਼ੱਕ ਛੱਡ ਦੇ ਨੌਕਰੀ, ਪਰ ਪਹਿਲੇ ਸੋਚ ਲੈ ਕੀ ਕਰਨਾ ਹੈ, ਨਹੀਂ ਤਾਂ ਵਿਹਲਾ ਹੋ ਕੇ ਸਾਰਾ ਦਿਨ ਸ਼ਰਾਬ ਪੀਣ ਨੂੰ ਹੀ ਮਨ ਕਰਦਾ ਰਿਹਾ ਕਰੂ। ਕਈ ਕੰਮਾਂ ਬਾਰੇ ਮੈਂ ਸੋਚਿਆ ਕਿ ਡਾਇਰੀ, ਹੋਟਲ, ਪੈਟਰੋਲ ਪੰਪ ਜਾਂ ਖਾਦ ਦੀ ਏਜੰਸੀ, ਕੋਈ ਵੀ ਕੰਮ ਕੀਤਾ ਜਾ ਸਕਦਾ ਸੀ, ਪਰ ਅਲਕਾ ਨਹੀਂ ਸੀ ਮੰਨਦੀ। ਉਹ ਆਖਦੀ ਸੀ ਕੰਪੀਟੀਸ਼ਨ ਦਾ ਜ਼ਮਾਨਾ ਹੈ, ਹੇਰਾ ਫੇਰੀ ਬਿਨਾਂ ਕੋਈ ਵੀ ਕੰਮ ਨਹੀਂ ਤੁਰਨਾ, ਦੂਸਰਾ ਅਫਸਰੀ ਛੱਡ ਕੇ ਲੇਬਰਰ ਕਿਉਂ ਬਣਨਾ,
ਸਟੇਟਸ ਦੀ ਵੀ ਗੱਲ ਹੁੰਦੀ ਹੈ, ਪਰ ਬਿਨਾਂ ਤੁਹਾਡੇ ਕਸੂਰ ਤੁਹਾਨੂੰ ਘਟੀਆ ਅਫਸਰ ਸਮਝ ਕੇ ਘਟੀਆ ਜੌਬਸ ਉੱਪਰ ਲਾਉਣਾ, ਘਟੀਆ ਲੋਕਾਂ ਦਾ ਮੂਹਰੇ ਨਿਕਲ ਜਾਣਾ ਤੁਹਾਨੂੰ ਅਜੀਬ ਕਿਸਮ ਦੇ ਡਿਪਰੈਸ਼ਨ ਵੱਲ ਲੈ ਜਾਂਦਾ ਹੈ। ਹੋਰ ਤਾਂ ਹੋਰ ਇੱਕ ਦਿਨ ਅਰਵਿੰਦ ਨੇ ਵੀ ਆਖ ਦਿੱਤਾ ਸੀ ਕਿ ਡੈਡੀ ਸਾਨੂੰ ਤਾਂ ਇੰਨਾ ਆਖਦੇ ਰਹਿੰਦੇ ਹੋ ਕਿ ਠੀਕ ਤਰ੍ਹਾਂ ਪੜ੍ਹਾਈ ਕਰੋ ਅਤੇ ਆਪ ਕੁਝ ਵੀ ਨਹੀਂ ਕੀਤਾ, ਤੁਹਾਨੂੰ ਤਾਂ ਹੁਣ ਤੱਕ ਬ੍ਰਿਗੇਡੀਅਰ ਬਣੇ ਹੋਣਾ ਚਾਹੀਦਾ ਸੀ। ਮੈਂ ਅਰਵਿੰਦ ਨੂੰ ਸਮਝਾ ਨਹੀਂ ਸੀ ਸਕਦਾ ਕਿ ਮੈਂ ਬ੍ਰਿਗੇਡੀਅਰ ਕਿਉਂ ਨਹੀਂ ਬਣਿਆ, ਇਹ ਮੇਰਾ ਫਾਲਟ ਨਹੀਂ ਸੀ। ਅਤੇ ਭੋਗ ਵੇਲੇ CEO ਆਖ ਰਿਹਾ ਸੀ, ਏਡੇ ਲਾਇਕ, ਮਿਹਨਤੀ ਅਤੇ ਇਮਾਨਦਾਰ ਬੰਦੇ ਦੀ ਮੌਤ ਨਾਲ ਫੌਜ ਨੂੰ ਘਾਟਾ ਪਿਆ। ਮੈਂ ਆਖਦਾ ਜੇ ਬੰਦਿਆਂ ਦੀ ਤਾਂ ਅੱਜ ਦੇ ਜ਼ਮਾਨੇ 'ਚ ਉੱਕਾ ਹੀ ਲੋੜ ਨਹੀਂ। ਕਰਨਲ ਸਿਰਫ ਰਸਮੀ ਗੱਲਾਂ ਕਰ ਰਿਹਾ ਸੀ। ਧੰਨਵਾਦ।